ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੰਗਤ ਟੈਲੀਵਿਜ਼ਨ ਦੇ ਕਮਲ ਐਂਡ ਕਨਵਰਸੇਸ਼ਨ ਪ੍ਰੋਗਰਾਮ ਦੇ ਵਿੱਚ ਤੁਹਾਡਾ ਬਹੁਤ ਹੀ ਨਿੱਘਾ ਸਵਾਗਤ ਹੈ। ਇਹ ਪ੍ਰੋਗਰਾਮ ਹਰ ਹਫਤੇ ਅਸੀਂ ਲੰਡਨ ਸਟੂਡੀਓ ਤੋਂ ਤੁਹਾਡੇ ਲਈ ਲੈ ਕੇ ਹਾਜ਼ਰ ਰਹਿੰਦੇ ਹਾਂ। ਵੱਖਰੀ ਗੱਲਬਾਤ ਦਾ ਵਿਸ਼ਾ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕੀਤਾ ਜਾਂਦਾ ਹੈ। ਜਿੱਥੇ ਤੁਸੀਂ ਇਸ ਪ੍ਰੋਗਰਾਮ ਨੂੰ ਸੁਣਦੇ ਹੋ, ਪਸੰਦ ਕਰਦੇ ਹੋ, ਸੰਗਤ ਟੀਵੀ ਦੇ ਹੋਰ ਵੀ ਪ੍ਰੋਗਰਾਮਸ ਦੇਖਦੇ ਹੋ, ਅਸੀਂ ਇਹੀ ਚਾਹੁੰਦੇ ਹਾਂ ਕਿ ਤੁਸੀਂ ਸੰਗਤ ਟੀਵੀ ਦੇ ਪ੍ਰੋਗਰਾਮਸ ਨੂੰ ਫਾਈਨੈਂਸ਼ੀਅਲੀ ਵੀ ਜ਼ਰੂਰ ਸਪੋਰਟ ਕਰਿਆ ਕਰੋ। ਤੁਹਾਡੇ ਵੱਲੋਂ ਦਿੱਤੀ ਗਈ ਥੋੜ੍ਹੀ ਫਾਈਨੈਂਸ਼ੀਅਲ ਕੰਟਰੀਬਿਊਸ਼ਨ ਵੀ ਸੰਗਤ ਟੀਵੀ ਨੂੰ ਵੱਡਾ ਸਹਾਰਾ ਦਿੰਦੀ ਹੈ। ਗੱਲਬਾਤ ਦਾ ਵਿਸ਼ਾ ਜੋ ਹੈ, ਕਿਉਂਕਿ ਕਈ ਵਾਰੀ ਅਸੀਂ ਡਿਨਰ ਟੇਬਲ ਕਨਵਰਸੇਸ਼ਨ ਰੱਖਦੇ ਹਾਂ, ਕਈ ਵਾਰੀ ਕੋਈ ਪੋਲੀਟੀਕਲ, ਕੋਈ ਰਿਲੀਜੀਅਸ, ਕੋਈ ਸੋਸ਼ਲ, ਸਾਡੇ ਮਹਿਮਾਨ ਵੀ ਉਸੇ ਤਰ੍ਹਾਂ ਹੀ ਉਸ ਵਿਸ਼ੇ ਨਾਲ ਸੰਬੰਧਿਤ ਜੋ ਜ਼ਿਆਦਾ ਰੋਸ਼ਨੀ ਜਾਂ ਚਾਨਣਾ ਪਾ ਸਕਣ ਉਹ ਸ਼ਾਮਿਲ ਹੁੰਦੇ ਨੇ। ਅੱਜ ਦਾ ਜਿਹੜਾ ਵਿਸ਼ਾ ਹੈ, ਕਿਉਂਕਿ ਪੰਜਾਬ ਦੇ ਵਿੱਚ, ਭਾਰਤ ਦੇ ਵਿੱਚ ਇਲੈਕਸ਼ਨਸ ਦਾ ਟਾਈਮ ਹੈ ਅਤੇ ਇੱਕ ਐਸਾ ਸਮਾਂ ਹੈ ਜਿਸ 'ਤੇ ਵੱਖਰੇ ਪੋਲੀਟੀਕਲ ਪਾਰਟੀਜ਼, ਰਿਲੀਜੀਅਸ ਗਰੁੱਪਸ, ਸੋਸ਼ਲ ਗਰੁੱਪਸ ਕਿਸੇ ਨਾ ਕਿਸੇ ਤਰ੍ਹਾਂ ਕੋਈ ਨਾ ਕੋਈ ਆਪਣੀ ਵਿਚਾਰਧਾਰਾ ਨੂੰ ਪ੍ਰਮੋਟ ਕਰਨ ਦੀ ਕੋਸ਼ਿਸ਼ ਕਰਦੇ ਨੇ। ਇੱਕ ਐਸਾ ਮਾਹੌਲ ਹੈ ਜਿਸ ਦੇ ਵਿੱਚ ਹਰ ਬੰਦਾ ਚਾਹੇ ਜਾਂ ਨਾ ਚਾਹੇ ਇਫੈਕਟ ਹੁੰਦਾ ਹੈ। ਪੰਜਾਬ ਦੇ ਅਜੋਕੇ ਹਾਲਾਤਾਂ ਬਾਰੇ, ਦਸ਼ਾ ਅਤੇ ਦਿਸ਼ਾ ਬਾਰੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਗੱਲਬਾਤ ਕਰਾਂਗੇ। ਦੋਵੇਂ ਤਰੀਕੇ, ਦਸ਼ਾ ਅਤੇ ਦਿਸ਼ਾ, ਕਿ ਪੰਜਾਬ ਦੇ ਹਾਲਾਤ ਕੀ ਨੇ ਅਤੇ ਕਿਸ ਵੱਲ ਜਾ ਰਿਹਾ ਹੈ ਸਮਾਂ ਪੰਜਾਬ ਦੇ ਵਿੱਚ, ਇਸ ਨੂੰ ਸਾਡੇ ਤੱਕ ਤੁਹਾਡੇ ਨਾਲ ਸਾਂਝ ਪਾਉਣ ਲਈ ਹਾਜ਼ਰ ਨੇ ਪ੍ਰੋਫੈਸਰ ਸੁਖਵੰਤ ਸਿੰਘ ਜੀ ਗਿੱਲ, ਜੋ ਕਿ ਮੇਰੇ ਸੱਜੇ ਪਾਸੇ ਬੈਠੇ ਨੇ, ਅੱਜ ਦੇ ਪ੍ਰੋਗਰਾਮ ਦੇ ਵਿਸ਼ੇਸ਼ ਮਹਿਮਾਨ ਨੇ। ਪੰਜਾਬ ਤੋਂ ਆਏ ਨੇ ਅਤੇ ਬਹੁਤ ਹੀ ਵੱਡਾ ਯੋਗਦਾਨ ਇਹਨਾਂ ਨੇ ਪੰਜਾਬੀ ਅਕੈਡਮੀ ਵਿੱਚ ਪਾਇਆ ਹੈ, ਜਿਹੜਾ ਕਿ ਅਕੈਡਮੀਸ਼ੀਅਨਸ ਨੇ ਬਹੁਤ ਵੱਡੇ ਪੰਜਾਬ ਦੇ ਵਿੱਚ, ਅਤੇ ਇਸ ਤਰ੍ਹਾਂ ਇਹਨਾਂ ਨੇ ਆਪਣਾ ਵੱਡਾ ਯੋਗਦਾਨ ਜਿਹੜਾ ਹੈ ਐਜੂਕੇਸ਼ਨ ਫੀਲਡ ਵਿੱਚ ਪਾਇਆ ਹੈ। ਮੇਰੇ ਖੱਬੇ ਪਾਸੇ ਨੇ ਡਾਕਟਰ ਤਾਰਾ ਸਿੰਘ ਜੀ ਆਲਮ, ਜਿਨ੍ਹਾਂ ਤੋਂ ਤੁਸੀਂ ਵਾਕਫ ਹੋ, ਇਸ ਪ੍ਰੋਗਰਾਮ ਦੇ ਵਿੱਚ ਅਕਸਰ ਆਪਣੀ ਹਾਜ਼ਰੀ ਲਵਾ ਚੁੱਕੇ ਨੇ। ਜਿਹੜਾ ਅੱਜ ਦਾ ਵਿਸ਼ਾ ਹੈ ਉਸ ਨੂੰ ਬੈਟਰ ਅੰਡਰਸਟੈਂਡ ਕਰਨ ਲਈ, ਕਿਉਂਕਿ ਜੋ ਪੰਜਾਬ ਤੋਂ ਆਏ ਨੇ ਉੱਥੋਂ ਦੀ ਚੀਜ਼ ਨੂੰ, ਉੱਥੋਂ ਦੀ ਪੋਲੀਟਿਕਸ ਨੂੰ, ਉੱਥੋਂ ਦੀ ਹਰ ਗੱਲ ਨੂੰ ਬੈਟਰ ਅੰਡਰਸਟੈਂਡ ਕਰਦੇ ਨੇ, ਸਾਡਾ ਜਿਹੜਾ ਸਾਡੇ ਤੱਕ ਵਧੀਆ ਤਰੀਕੇ ਨਾਲ ਪਹੁੰਚਾ ਸਕਦੇ ਨੇ। ਸੋ ਉਹਨਾਂ ਤੋਂ ਹੀ ਅੱਜ ਦੀ ਗੱਲਬਾਤ ਸ਼ੁਰੂ ਕਰਦੇ ਹਾਂ। ਸੋ ਪ੍ਰੋਫੈਸਰ ਸਾਹਿਬ, ਪਹਿਲਾਂ ਤਾਂ ਤੁਹਾਡਾ ਬਹੁਤ ਨਿੱਘਾ ਸਵਾਗਤ, ਦੋਵਾਂ ਦਾ ਜੀ ਆਇਆਂ ਆਖਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪ੍ਰੋਗਰਾਮ ਜਿਸ ਤਰ੍ਹਾਂ ਅਸੀਂ ਗੱਲ ਕਰ ਰਹੇ ਹਾਂ ਕਿ ਪੰਜਾਬ ਦੀ ਦਸ਼ਾ ਅਤੇ ਦਿਸ਼ਾ ਜੋ ਅਜੋਕੀ ਹੈ, ਅਤੇ ਤੁਹਾਡੇ ਤੋਂ ਬੈਟਰ ਮੈਨੂੰ ਲੱਗਦਾ ਹੈ ਕਿ ਇਸ ਵਕਤ ਸਾਨੂੰ ਹੋਰ ਰੋਸ਼ਨੀ ਪਾਉਣ ਲਈ ਕੌਣ ਦੱਸੇਗਾ, ਜੋ ਕਿਉਂਕਿ ਜਿਹੜਾ ਐਜੂਕੇਸ਼ਨਲ ਫੀਲਡ ਵਿੱਚ ਬੰਦਾ ਹੈ ਉਹ ਹਰ ਐਸਪੈਕਟ ਨੂੰ, ਹਰ ਰੁੱਖ ਨੂੰ ਚੰਗੀ ਤਰ੍ਹਾਂ ਵਾਕਫੀਅਤ ਰੱਖਦਾ ਵੀ ਹੈ, ਕਿਉਂਕਿ ਉਹਨੇ ਅੱਗੇ ਦੱਸਣਾ ਵੀ ਹੁੰਦਾ। ਬਿਲਕੁਲ ਠੀਕ। ਅਤੇ ਇਸ ਕਰਕੇ ਤੁਸੀਂ ਜਦ ਆਏ ਹੋ ਉੱਥੋਂ, ਅਤੇ ਤੁਹਾਡੀ ਬੇਸਿਕ ਅੰਡਰਸਟੈਂਡਿੰਗ ਉੱਥੋਂ ਦੇ ਮਾਹੌਲ ਦੀ ਕੁਝ ਸ਼ਬਦਾਂ ਵਿੱਚ ਜੇ ਤੁਸੀਂ ਕਹਿਣਾ ਚਾਹੋ ਤਾਂ ਕਿਵੇਂ ਕਹੋਗੇ? ਦੇਖੋ ਕਮਲਪ੍ਰੀਤ ਜੀ, ਮੈਂ ਹੁਣ ਆਉਣ ਦੀ ਗੱਲ ਨਹੀਂ, ਹੁਣ ਤੇ ਮੇਰੇ ਜਾਣ ਦੀ ਗੱਲ ਹੈ ਜੀ, ਕਿਉਂਕਿ ਮੈਂ ਅਕਤੂਬਰ 'ਚ ਇੱਥੇ ਆਇਆ ਸੀ, ਮੇਰੀ ਬੇਟੀ ਹੈ ਇੱਥੇ ਜੀ, ਅਤੇ ਹੁਣ ਐਂਡ ਆਫ ਮਾਰਚ ਅਸੀਂ ਵਾਪਸ ਜਾ ਰਹੇ ਹਾਂ ਜੀ। ਇਹ ਜਿਹੜੀ ਇਸ ਵੇਲੇ ਦਸ਼ਾ ਹੈ ਉਹਦੇ ਵੱਖ ਪਹਿਲੂ ਹੁੰਦੇ ਨੇ। ਜਿਵੇਂ ਅਸੀਂ ਜ਼ਿਆਦਾ ਸਿਆਸੀ ਗੱਲ ਕਰਦੇ ਹਾਂ, ਰਾਜਨੀਤਿਕ ਕਰਦੇ ਹਾਂ ਜੀ, ਧਾਰਮਿਕ ਹੈ, ਆਰਥਿਕ ਹੈ, ਬਿਲਕੁਲ, ਜਾਂ ਉੱਥੋਂ ਦੀ ਸਮਾਜਿਕ ਹੈ ਜੀ। ਇਹ ਜਿਹੜੀ ਇਸ ਵੇਲੇ ਉੱਥੇ ਦਸ਼ਾ ਹੈ ਪੰਜਾਬ ਦੀ ਬਣੀ, ਜਾਂ ਟੋਟਲ ਹਿੰਦੁਸਤਾਨ ਦੀ, ਕਿਉਂਕਿ ਇਸ ਵੇਲੇ ਜਿਹੜਾ ਐਨਵਾਇਰਨਮੈਂਟ ਹੈ ਜੀ ਉਹ ਕੋਈ ਵੀ ਆਈਸੋਲੇਸ਼ਨ 'ਚ ਨਹੀਂ ਚੱਲਦਾ, ਉਹਦਾ ਇੱਕ ਦੂਜੇ 'ਤੇ ਪ੍ਰਭਾਵ ਪੈਂਦਾ। ਬਿਲਕੁਲ ਬਿਲਕੁਲ। ਉਹ ਇਹ ਨਹੀਂ ਕਿ ਜੇ ਸਿਆਸੀ ਗੱਲ ਕਰਨੀ ਤਾਂ ਸਿਆਸੀ ਰਹਿਣੀ ਹੈ, ਆਰਥਿਕ ਨਹੀਂ ਹੋਣੀ, ਆਰਥਿਕ ਗੱਲ ਕਰਨੀ ਹੈ ਅਤੇ ਰਾਜਨੀਤਿਕ ਨਹੀਂ ਹੋਣੀ। ਬਿਲਕੁਲ। ਮੇਰਾ ਆਪਣਾ ਜਿਹੜਾ ਸਬਜੈਕਟ ਰਿਹਾ ਜੀ, ਜੋ ਮੈਂ 34 ਸਾਲ ਉੱਥੇ ਪੜ੍ਹਾਇਆ, 2004 'ਚ ਰਿਟਾਇਰ ਹੋਇਆ ਗਵਰਨਮੈਂਟ ਕਾਲਜ ਗੁਰਦਾਸਪੁਰ ਤੋਂ ਜੀ, ਉਹ ਪੋਲੀਟੀਕਲ ਸਾਇੰਸ ਸੀ। ਠੀਕ। ਰਾਜਨੀਤੀ ਸ਼ਾਸਤਰ ਜਿਹਨੂੰ ਅਸੀਂ ਕਹਿੰਦੇ ਹਾਂ ਜੀ। ਇਹਦੇ ਵੱਖ-ਵੱਖ ਪੜ੍ਹੀਆਂ ਵੀ, ਮੈਂ ਹੁਣ ਵੀ ਉਹਨੂੰ ਪੜ੍ਹੀ ਜਾਣ ਦਾ 2004 ਤੋਂ ਬਾਅਦ ਜਦੋਂ ਵੇਖਦੇ ਹਾਂ, ਵਿਚਾਰਦੇ ਹਾਂ, ਅਤੇ ਮੈਂ ਸਮਝਦਾ ਕਿ ਅੱਜ ਸਿਆਸੀ ਹਾਲਾਤ, ਇਹਦੇ ਘੇਰਾ ਇਲੈਕਸ਼ਨਾਂ ਦੇ ਦਿਨਾਂ 'ਚ ਬਹੁਤ ਵਿਸ਼ਾਲ ਹੋ ਜਾਂਦਾ, ਅਤੇ ਜਦੋਂ ਇਲੈਕਸ਼ਨਾਂ
ਲਾਗੇ ਹੋ ਜਾਂਦੀਆਂ ਨੇ, ਫਿਰ ਉਹਦਾ ਕੋਈ ਘੇਰਾ ਜਿਹੜਾ ਹੈ ਉਹ ਸੁੰਗੜ ਜਾਂਦਾ ਹੈ। ਬਿਲਕੁਲ ਬਿਲਕੁਲ। ਜਿਹੜੀ ਸਿਆਸੀ ਹਾਲਾਤ ਨੇ 2014 ਦੀਆਂ ਇਲੈਕਸ਼ਨਾਂ, ਜੀ ਇਹ ਆਪਣੇ ਆਪ 'ਚ ਇੱਕ ਨਵੀਂ ਹਾਲਾਤ ਲੈ ਕੇ ਆਏ ਨੇ। ਠੀਕ। ਨਹੀਂ ਤਾਂ ਲੋਕੀ ਸਾਰੇ ਕਹਿੰਦੇ ਸਨ ਸਾਰੇ ਹੀ ਚੋਰ ਨੇ। ਹਾਂਜੀ। ਇਹ ਕਹਿਣਾ ਬੜਾ ਸੌਖਾ ਹੈ, ਲੇਕਿਨ ਜਿੰਨੀ ਦੇਰ ਤੱਕ ਤੁਸੀਂ ਉੱਥੋਂ ਦੇ ਇਸ ਵੇਲੇ ਮੇਜਰ ਪਾਰਟੀਆਂ ਪੰਜਾਬ ਵਿੱਚ ਦੋ ਨੇ ਜੀ, ਇੱਕ ਅਕਾਲੀ ਭਾਜਪਾ, ਹਾਂਜੀ, ਉਹ ਵੀ ਦੋ ਪਾਰਟੀਆਂ ਨੇ, ਲੇਕਿਨ ਇਸ ਤਰ੍ਹਾਂ ਉਹਨਾਂ ਦੀ ਮੈਟਰ ਆਫ ਕਨਵੀਨੀਅੰਸ ਹੋਈ ਹੋਈ ਆਪੋ 'ਚ। ਇਹ ਨਹੀਂ ਵੀ ਉਹਨਾਂ 'ਚ ਪਿਆਰ ਬੜਾ ਹੈ, ਉਹਨਾਂ ਦੀ ਲੋੜ ਹੈ ਇੱਕ ਦੂਜੇ ਦੀ। ਬਿਲਕੁਲ। ਤੇ ਦੂਜੇ ਪਾਸੇ ਕਾਂਗਰਸ ਹੈ। ਹਾਂਜੀ। ਤੇ ਮੈਂ ਤੇ ਮਹਿਸੂਸ ਕਰਦਾ ਕਿ ਉੱਥੇ ਐਕਚੁਅਲੀ ਪਾਰਟੀ ਮਤਲਬ ਇਹਨੂੰ ਜੋ ਮੇਰਾ ਆਪਣਾ ਇਮਾਨਦਾਰੀ ਨਾਲ ਇੱਥੇ ਬੈਠੀਆਂ ਗੱਲ ਕਰਦੇ ਆ ਕਿ ਮੈਨੂੰ ਉੱਥੇ ਪਾਰਟੀਆਂ 'ਚ ਫਰਕ ਲੱਗਦਾ ਹੀ ਕੋਈ ਨਹੀਂ। ਠੀਕ। ਮੈਨੂੰ ਲੱਗਦਾ ਹੈ ਕਿ ਕਿਸੇ ਨੇ ਆਪਣੇ ਆਪ ਨੂੰ ਕਾਂਗਰਸੀ ਕਹਿ ਦੇਣਾ, ਅਗਲੇ ਦਿਨ ਉਹਨੇ ਭਾਜਪਾ ਕਹਿ ਦੇਣਾ, ਤੀਜੇ ਦਿਨ ਉਹਨੇ ਅਕਾਲੀ ਕਹਿ ਦੇਣਾ। ਹਾਂਜੀ। ਤੇ ਜੇ ਅਸੀਂ ਉੱਥੇ ਕਾਂਗਰਸ ਦੇਖੀਏ ਤੇ ਕਾਂਗਰਸ ਵੀ ਮੈਨੂੰ ਪੰਜਾਬ 'ਚ ਕਾਂਗਰਸੀ ਪਿੱਛੇ ਵੀ ਗੱਲ ਇੱਕ ਵਾਰੀ ਇਸ ਤਰ੍ਹਾਂ ਮੈਨੂੰ ਮੌਕਾ ਮਿਲਿਆ ਸੀ ਤੇ ਮੈਨੂੰ ਇਹ ਲੱਗਦਾ ਸੀ ਜਦੋਂ ਮੈਂ ਬਿਲਕੁਲ ਆਤਮ ਚਿੰਤਨ ਕਰਦਾ ਸਾਂ ਕਿ ਕਾਂਗਰਸੀ ਤੇ ਸਾਰੇ ਹਿੰਦੁਸਤਾਨ 'ਚ ਹੈ ਹੀ ਦੋ ਨੇ, ਇੱਕ ਸੋਨੀਆ ਗਾਂਧੀ, ਇੱਕ ਰਾਹੁਲ ਗਾਂਧੀ, ਤੇ ਬਾਕੀ ਕਾਂਗਰਸੀ ਉਹ ਨੇ ਜਿਨ੍ਹਾਂ ਨੂੰ ਉਹ ਕਹਿਣ। ਠੀਕ ਹੈ, ਠੀਕ ਹੈ। ਇਸ ਤਰ੍ਹਾਂ ਅਕਾਲੀ ਜਿਹੜੇ ਨੇ, ਅਕਾਲੀਆਂ ਦੇ ਵਿੱਚ ਜਿਹੜੀ ਉਸ ਤਰ੍ਹਾਂ ਭਾਵੇਂ ਜਿੰਨੇ ਮਰਜ਼ੀ ਉੱਥੇ ਵੇਖੋ ਗਾਤਰੇ, ਉੱਥੇ ਅਕਾਲੀ ਬਾਦਲ ਦੀ ਨੂੰਹ, ਬਾਦਲ ਦਾ ਬੇਟਾ, ਬਾਦਲ ਸਾਹਿਬ ਦਾ ਜਵਾਈ ਤੇ ਬਾਦਲ ਸਾਹਿਬ ਦੇ ਬੇਟੇ ਦਾ, ਇਹ 4-5 ਆਦਮੀ ਨੇ ਜੇ ਬਾਦਲ ਸਾਹਿਬ ਸਮਝੋ। ਠੀਕ ਹੈ। ਇਸੇ ਤਰ੍ਹਾਂ ਜਿਹੜੀ ਉੱਥੋਂ ਦੀ ਭਾਜਪਾ ਹੈ ਇਸ ਵੇਲੇ ਚੱਲਦੀ ਪਈ, ਉੱਥੇ ਉਹਦੀ ਆਪਣਾ ਖਾਸ ਵਿਡੰਬਣ ਹੈ ਕਿ ਭਾਜਪਾ ਸਿਆਸੀ ਪਾਰਟੀ ਹੈ ਜੀ, ਪਰ ਇਹਨੂੰ ਕੰਟਰੋਲ ਉਹ ਪਾਰਟੀ ਕਰ ਰਹੀ ਹੈ, ਉਹ ਜਥੇਬੰਦੀ ਕਰ ਰਹੀ, ਜਿਹੜੇ ਕਹਿੰਦੇ ਨੇ ਵੀ ਸਾਨੂੰ ਸਿਆਸੀ ਨਾ ਆਖਿਓ। ਤੋਂ ਮਤਲਬ ਆਰਐਸਐਸ ਜਿਹੜੀ ਹੈ, ਬਿਲਕੁਲ, ਉਹ ਜਦੋਂ ਉਹਨਾਂ ਨੂੰ ਕਹੀਏ ਤੁਸੀਂ ਸਿਆਸੀ ਹੋ, ਕਈ ਵਾਰੀ ਸਾਡੀਆਂ ਉਹਨਾਂ ਦੋਸਤਾਂ ਨਾਲ ਗੱਲਾਂ ਬਾਤਾਂ ਵੀ ਹੁੰਦੀਆਂ ਨੇ, ਉਹ ਕਹਿੰਦਾ ਨਹੀਂ ਸਾਡਾ ਸਿਆਸਤ ਨਾਲ ਕੋਈ ਸੰਬੰਧ ਨਹੀਂ। ਹਾਂ, ਪਰ ਜਿਵੇਂ ਅਸੀਂ ਕਹਿੰਦਾ ਮੇਰੀ ਕਿੰਨੇ ਖਿੱਚ ਲਈ ਪਤੰਗ ਵਾਲੀ ਡੋਰ, ਬਿਲਕੁਲ, ਅਡਵਾਨੀ ਸਾਹਿਬ ਜੋ ਮਰਜ਼ੀ ਕਹੀ ਜਾਣ, ਬਿਲਕੁਲ ਬਿਲਕੁਲ, ਇਹ ਡੋਰ ਜਿਹੜੀ ਉਹ ਸਾਰੀ ਉੱਥੇ ਆਰਐਸਐਸ ਦੇ ਹੱਥ 'ਚ। ਸੋ ਉੱਥੇ ਜਿਹੜੀ ਦਸ਼ਾ ਤੇ ਦਿਸ਼ਾ ਹੈ ਇਸ ਵੇਲੇ ਸਿਆਸਤ ਦਾ ਹੀ ਬੋਲਬਾਲਾ ਹੈ, ਆਰਥਿਕ ਤੌਰ ਤੇ ਵੀ। ਹਾਂਜੀ, ਜਿਵੇਂ ਅੰਬਾਨੀ ਸਾਹਿਬ ਨੇ ਸਾਡੇ, ਬਿਲਕੁਲ ਬਿਲਕੁਲ, ਉਹਨਾਂ ਨੇ ਹੀ ਟੋਟਲ ਕੰਟਰੋਲ ਕੀਤਾ ਹੈ। ਤੇ ਜੇ ਕਿਤੇ ਤੁਸੀਂ ਜਿਹੜੇ ਵੀ ਪੜ੍ਹਨ ਦੋਸਤ ਮਿੱਤਰ ਪੜ੍ਹਨ ਲਿਖਣ ਵਾਲੇ ਹੈਗੇ ਨੇ, ਇੱਥੇ ਕਿਤਾਬਾਂ ਆਉਂਦੀਆਂ ਨੇ ਕਿ ਦਾ ਪੁਲਿਸਟਰ ਪ੍ਰਿੰਸ, ਉਹ ਮੈਂ ਇੱਥੇ ਹੀ ਆਣ ਕੇ ਬੁੱਕ ਵੇਖੀ ਹੈ ਕਿ ਕਿਸ ਤਰ੍ਹਾਂ ਇੱਥੋਂ ਉੱਥੇ ਦੇ ਜਿਹੜੇ ਅਮੀਰ ਆਦਮੀ ਨੇ ਕਿਵੇਂ ਸਿਆਸੀ ਹਾਲਾਤਾਂ ਨੂੰ ਕੰਟਰੋਲ ਕਰਦੇ ਨੇ, ਕਿਵੇਂ ਸਰਕਾਰਾਂ ਬਦਲਦੇ ਨੇ, ਕਿਵੇਂ ਸਰਕਾਰਾਂ ਨੂੰ ਚੇਂਜ ਕਰਦੇ ਨੇ। ਜਿਹੜਾ ਆਮ ਆਦਮੀ ਹੈ, ਮੈਂ ਬਹੁਤ ਹੀ ਗੱਲ ਲੰਬੀ ਨਾ ਕਰਦਾ ਹੈ ਜਿਹੜੇ ਸਿਆਸੀ ਹਾਲਾਤ 'ਚ, ਕਿਉਂਕਿ ਪੋਲੀਟੀਕਲ ਸਾਇੰਸ ਦਾ ਸਾਨੂੰ ਹਮੇਸ਼ਾ ਲੋਕੀ ਕਹਿਣਗੇ ਕਿ ਵੋਟ ਜ਼ਰੂਰ ਪਾਉਣੀ ਚਾਹੀਦੀ ਹੈ, ਵੋਟ ਪਾਉਣਾ ਬੜਾ ਤੁਹਾਡਾ ਪਵਿੱਤਰ ਕਾਰਜ ਹੈ। ਇਲੈਕਸ਼ਨ ਕਮਿਸ਼ਨ ਵਾਲੇ ਵੀ ਅੱਜ ਕੱਲ੍ਹ ਆਮਿਰ ਖਾਨ ਨੂੰ ਉਹਨਾਂ ਨੇ ਐਂਬੈਸਡਰ ਬਣਾ ਦਿੱਤਾ ਹੈ ਵੀ ਲੋਕੀ ਵੱਧ ਤੋਂ ਵੱਧ ਵੋਟਾਂ ਪਾਉਣ, ਜਿਹੜਾ ਵੋਟ ਨਹੀਂ ਪਾਉਂਦਾ ਉਹ ਸਮਝੋ ਵੀ ਦੇਸ਼ ਦੇ ਵਿੱਚ ਹਿੱਸਾ ਨਹੀਂ ਪਾ ਰਿਹਾ। ਪਰ ਐਜ਼ ਏ ਪੋਲੀਟੀਕਲ ਸਾਇੰਸ ਸਟੂਡੈਂਟ ਸਾਡਾ ਰਾਈਟ ਟੂ ਵੋਟ ਵੀ ਹੈ, ਸਾਡੀ ਰਾਈਟ ਟੂ ਇਲੈਕਸ਼ਨ ਵੀ ਹੈ। ਪਰ ਕਦੀ ਸਾਨੂੰ ਕਿਸੇ ਨੇ ਨਹੀਂ ਕਿਹਾ ਕਿ ਸੁਖਵੰਤ ਸਿੰਘ ਜੀ ਤੁਸੀਂ ਵੋਟ ਪਾਉਣ ਤੇ ਜਾਓ ਪਰ ਇਲੈਕਸ਼ਨ ਤੇ ਵੀ ਖਲੋਵੋ। ਤੇ ਜੇ ਮੇਰੇ ਵਰਗਾ ਬੰਦਾ ਇਲੈਕਸ਼ਨ ਤੇ ਉੱਥੇ ਖਲੋ ਜੇ ਤੇ ਮੇਰੇ ਘਰ ਦੇ ਨੇ ਆਖਣਾ ਇਹ ਪਾਗਲ ਹੋ ਗਿਆ, ਇਹ ਇਲੈਕਸ਼ਨ ਲੜ ਸਕਦਾ, ਇਹਨੂੰ ਕਿਸੇ ਨੇ ਵੋਟ ਪਾਉਣੀ ਹੈ। ਮਤਲਬ ਜਿਹੜੀ ਤਰਾਸਦੀ ਹੈ ਡੈਮੋਕ੍ਰੇਸੀ ਦੀ, ਇਸ ਵੇਲੇ ਸਾਡੇ ਕੋਲ ਜਿਹੜੇ ਮੇਰੇ ਖਿਆਲ 'ਚ ਬਿਗੇਸਟ ਡੈਮੋਕ੍ਰੇਸੀ ਹੈ ਇਸ ਵੇਲੇ ਦੁਨੀਆ ਦੀ, ਉੱਥੇ ਵੋਟਾਂ ਦਾ ਸਿਲਸਿਲਾ ਚੱਲਦਾ ਪਿਆ। ਤੇ ਜਦੋਂ ਮੈਨੂੰ ਲੱਗਦਾ ਨਾ ਜੀ ਫਲਾਣਾ ਸੰਘਰਸ਼ ਕਰ ਰਿਹਾ, ਜਿੱਤ ਸਾਡੀ ਯਕੀਨੀ ਹੈ, ਕਮਲਪ੍ਰੀਤ ਜੀ ਮੈਂ ਤਾਂ ਇਹ ਕਹਾਂਗਾ ਕਿ ਜਿੰਨੀਆਂ ਹੁਣ ਤੱਕ ਇਲੈਕਸ਼ਨਾਂ ਹੋਈਆਂ ਨੇ ਉਹ ਲੀਡਰਾਂ ਤੇ ਲੋਕਾਂ ਦੇ ਦਰਮਿਆਨ ਹੋਈਆਂ ਨੇ। ਲੋਕ ਹਮੇਸ਼ਾ ਹਾਰੇ ਨੇ ਤੇ ਲੀਡਰ ਹਮੇਸ਼ਾ ਜਿੱਤੇ ਨੇ। ਤੇ 52 ਤੋਂ ਲੈ ਕੇ ਹੁਣ ਤੱਕ ਜਿਹੜੀ ਉਹ ਅੱਜ ਵੀ ਜਿਹੜੀ ਉੱਥੇ ਚੋਣ ਹੋ ਰਹੀ ਹੈ, ਕੇਜਰੀਵਾਲ ਪਾਰਟੀ ਨੇ ਥੋੜਾ ਜਿਹਾ ਕੀਤਾ, ਲੇਕਿਨ ਪੂਰੀ ਤਰ੍ਹਾਂ ਜੇ ਤੁਸੀਂ ਕਹੋ ਭਈ ਉਹ ਦੇ ਵਾਂਟ ਚੇਂਜ, ਲੇਕਿਨ ਜੇ ਤੁਸੀਂ ਕਹੋ ਨਾ ਕੋਈ ਸਾਇੰਟਿਫਿਕ ਕੋਈ ਸਟਰਕਚਰ ਨਹੀਂ, ਸਟਰਕਚਰ ਹੋਣਾ ਵੀ ਲਾਜ਼ਮੀ ਨਹੀਂ ਹੁੰਦਾ। 77 ਜਦੋਂ ਚੋਣ ਹੋਈ ਹੈ ਉਸ ਵੇਲੇ ਜਨਤਾ ਪਾਰਟੀ ਬਣੀ ਵੀ ਨਹੀਂ ਸੀ ਤੇ ਜਿੱਤ ਗਈ ਸੀ। ਹਾਂਜੀ, ਠੀਕ ਹੈ। ਇਹ ਹਾਲਾਤ ਤਾਂ ਇਸ ਵੇਲੇ ਇਹ ਹੈ ਕਿ ਉੱਥੇ ਮੇਰੇ ਵਰਗਾ ਬੰਦਾ ਜਿਹੜਾ ਉੱਥੇ
ਰੋਜ਼ੀ ਰੋਟੀ ਲਈ ਉਹਨੂੰ ਫਿਕਰ ਹੈ ਨਹੀਂ, ਉਹਨੂੰ ਸਿਸਟਮ ਉਹਦਾ ਚੱਲਦਾ ਪਿਆ ਹੈ, ਉਹ ਵੀ ਇੰਨਾ ਔਖਾ ਹੈ ਕਿ ਜਦੋਂ ਸੜਕ 'ਤੇ ਜਾਣਾ ਨਾ ਤੇ ਪਤਾ ਨਹੀਂ ਘਰ ਪਰਤ ਕੇ ਆਉਣਾ ਕਿ ਨਹੀਂ ਆਉਣਾ। ਟ੍ਰੈਫਿਕ ਇਹੋ ਜਿਹੀ ਹੈ ਇਹ ਜਿਵੇਂ ਬਾਬਾ ਸ਼ਹੀਦ ਤਲੀ ਤੇ ਸੀਸ ਰੱਖ ਕੇ ਜਾਈਦਾ, ਪਤਾ ਨਹੀਂ ਕਿੱਥੇ ਕਿਹੜੇ ਤੋਂ ਟੱਕਰ ਮਾਰ ਦੇਣੀ। ਸੋ ਕਿਉਂਕਿ ਤੁਸੀਂ ਪੋਲੀਟੀਕਲ ਸਾਇੰਸ ਪੜ੍ਹਾਈ ਜੀ ਕਾਫੀ ਲੰਬਾ ਤਜਰਬਾ ਰੱਖਦੇ ਹੋ ਇਸ ਗੱਲ ਤੇ ਕਿ ਤੁਹਾਡੀ ਪੂਰੀ ਅੰਡਰਸਟੈਂਡਿੰਗ ਤੋਂ, ਜਿੱਦਾਂ ਤੁਸੀਂ ਕਿਹਾ ਕਿ ਆਮ ਆਦਮੀ ਤੁਹਾਡੇ ਜਿਹੜੇ ਕੰਸੈਂਸਸ ਹੈ, ਜਿਹੜੇ ਪੁਆਇੰਟਸ ਹੈਗੇ ਨੇ, ਉਹ ਤੇ ਅੱਜ ਕੱਲ੍ਹ ਦੇ ਅਜੋਕੇ ਮਾਹੌਲ ਵਿੱਚ ਤੁਸੀਂ ਆਮ ਆਦਮੀ ਪਾਰਟੀ ਨੂੰ ਥੋੜਾ ਹੋਪ ਵਜੋਂ ਦੇਖਦੇ ਹੋ ਕਿ ਕੋਈ ਇਹ ਉਮੀਦ ਦੀ ਕਿਰਨ ਹੈ ਕਿ ਨਹੀਂ? ਮੈਂ ਉਹਨੂੰ ਇੱਕ ਸੇਫਟੀ ਵਾਲਵ ਦੇ ਤੌਰ ਤੇ ਗਿਣਦਾ। ਅੱਛਾ। ਜਿਹੜਾ ਆਮ ਆਦਮੀ ਪਾਰਟੀ ਹੈ ਨਾ, ਉਹ ਜਿਵੇਂ ਪ੍ਰੈਸ਼ਰ ਕੁੱਕਰ ਤੇ ਸੇਫਟੀ ਵਾਲਵ ਲੱਗਾ ਹੁੰਦਾ, ਇਹ ਲੋਕਾਂ ਦਾ ਜਿਹੜਾ ਸਾਹ ਹੈ, ਉਹ ਜਿਹੜੀ ਪ੍ਰੈਸ਼ਰ ਬਣਿਆ ਹੈ, ਉਹਦੇ ਰਾਹੀਂ ਉਹਨੇ ਬਾਹਰ ਨਿਕਲਣਾ। ਠੀਕ। ਜੇ ਹਾਲਾਤ ਨੇ ਸਾਡੇ ਵੋਟਰ, ਜਿਹਦੇ ਵਿੱਚ ਮੈਂ ਵੀ ਸ਼ਾਮਲ ਹਾਂ, ਜੀ ਜੀ, ਇੱਥੇ ਅਸੀਂ ਦੋਵੇਂ ਜਣੇ ਆਏ ਹਾਂ, ਮੇਰੀ ਵਾਈਫ ਵੀ ਕੇਜਰੀਵਾਲ ਪਾਰਟੀ ਦੀ ਬੜੀ ਸਮਰਥਕ ਆਪਣੇ ਆਪ ਨੂੰ ਜਿਵੇਂ ਹੁੰਦੀ ਹੈ ਵੀ ਬੜਾ ਚੰਗਾ ਜੀ, ਜਿਵੇਂ ਆਮ ਲੋਕਾਂ ਦਾ ਵਿਚਾਰ ਹੈ ਜੀ। ਪਰ ਪੋਲੀਟੀਕਲ ਸਾਇੰਸ ਦਾ ਜਿਹੜਾ ਸਿਸਟਮ ਹੈ ਉਹਦੇ ਵਿੱਚ ਹੁੰਦਾ ਹੈ ਇਨਪੁਟ ਪਾਓਗੇ ਤੇ ਆਊਟਪੁੱਟ ਹੋਏਗੀ। ਬਿਲਕੁਲ ਬਿਲਕੁਲ। ਤੇ ਨਾਲ ਹੀ ਮੈਨੂੰ ਕਹਿ ਦਿੰਦੀ ਜਦੋਂ ਇਕੱਲੇ ਹੋਈਏ ਕਿ ਵੇਖਿਓ ਜਾ ਕੇ ਉੱਥੇ ਬਹੁਤਾ ਦਖਲ ਨਾ ਦਿਓ, ਉੱਥੇ ਬੰਦੇ ਬੜੇ ਖਰਾਬ ਨੇ, ਐਵੇਂ ਅਸੀਂ ਲੋਕਾਂ ਦੇ ਮੂੰਹ ਅੱਗੇ ਆ ਕੇ ਕੀ ਲੈਣਾ। ਅਸੀਂ ਸਾਰੇ ਚਾਹੁੰਦੇ ਹਾਂ ਭਗਤ ਸਿੰਘ ਜੰਮੇ ਸਹੀ, ਪਰ ਜੰਮੇ ਗੁਆਂਢੀਆਂ ਦੇ ਘਰ। ਬਿਲਕੁਲ ਬਿਲਕੁਲ। ਅੱਜ ਵੀ ਜਦੋਂ ਤੁਸੀਂ ਕਿਤੇ ਕੰਮ ਇਕੱਠੇ ਹੁੰਦੇ ਹੋ, ਉੱਥੇ 2-4 ਬੰਦੇ ਸੱਜਣ ਮਿੱਤਰ ਮੇਰੇ ਨਾਲ ਹੁੰਦੇ ਨੇ, ਪਰ ਉਹ ਕਦੀ ਨਹੀਂ ਮੈਨੂੰ ਉਸ ਤਰ੍ਹਾਂ ਮੈਨੂੰ ਕਹਿਣਗੇ, ਸਾਰਾ 5 ਸਾਲ ਕਹਿਣਗੇ ਤੁਸੀਂ ਬੜੇ ਸਿਆਣੇ ਹੋ, ਤੇ ਯਕੀਨ ਜਾਣਿਓ ਮੈਨੂੰ ਪਤਾ ਵੀ ਹੈ ਵੀ ਮੈਂ ਖਲੋ ਨਹੀਂ ਸਕਦਾ, ਕਰ ਨਹੀਂ ਸਕਦਾ। ਨਾ ਮੈਨੂੰ ਕਦੀ ਕਿਸੇ ਨੇ ਕਿਹਾ ਤੂੰ MC ਖਲੋ ਸਕਦਾ, ਨਾ ਕਦੀ ਕਿਸੇ ਨੇ ਕਿਹਾ ਅਸੀਂ ਪੰਚਾਇਤ ਮੈਂਬਰ ਖਲੋ ਸਕਣਾ। ਉਦੋਂ ਸੋਚਦੇ ਨੇ ਜੇ ਮੈਂ ਖਲੋ ਜਾਂ ਤੇ ਜਿਹੜੇ ਬੰਦਿਆਂ ਨੂੰ ਮਤਲਬ ਮੈਨੂੰ ਸਿਆਣਾ ਸਮਝਦੇ ਨੇ, ਉਹ ਖਲੋਣ ਲਈ ਜਿਨ੍ਹਾਂ ਕੋਲ ਪੈਸੇ ਹੋਣ ਆਉਂਦੇ ਨੇ, ਮੈਂ ਖਲੋ ਜਾ। ਕਿਉਂਕਿ ਉੱਥੇ ਹੁਣ ਜਿਹੜੀ ਸਿਆਸਤ ਹੈ, ਵੈਸੇ ਤਾਂ ਦੁਨੀਆ ਭਰ 'ਚ ਇਹੋ ਹੀ ਕੰਮ ਹੋ ਗਈ ਹੈ, ਉਹ ਇੱਕ ਵਪਾਰ ਬਣ ਚੁੱਕੀ ਹੈ, ਸੇਵਾ ਦਾ ਕੇਂਦਰ ਨਹੀਂ ਰਹੀ। ਇੱਕ ਤੁਸੀਂ ਹੋਰ ਗੱਲ ਪੁਆਇੰਟ ਆਊਟ ਕੀਤੀ ਸੀਗੀ ਕਿ ਜਿਹੜੇ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਅੰਬਾਨੀ ਕੰਟਰੋਲ ਕਰਦਾ ਹੈ, ਪਰ ਇਹ ਤੇ ਜਿੱਦਾਂ ਅਮਰੀਕਾ ਵਰਗੀ ਕੰਟਰੀ ਹੈ, ਜਿੱਧਰ ਵੀ ਦੇਖੋ ਜਿਹੜਾ ਕੈਪੀਟਲਿਸਟ ਹੈਗਾ ਹੈ, ਉਹ ਕਿਤੇ ਨਾ ਕਿਤੇ ਉਹਦੀ ਲੌਬੀ ਉਹਦੀ ਇੰਨੀ ਸਟਰੋਂਗ ਹੈ, ਜੇ ਉਹਨੇ ਪਾਰਟੀਆਂ ਨੂੰ ਫੰਡ ਕਰਨਾ ਹੈ ਤੇ ਉਹਦੀ ਪਾਲਿਸੀਜ਼ ਡਾਇਰੈਕਟਲੀ ਜਾਂ ਇਨਡਾਇਰੈਕਟਲੀ ਤਾਂ ਉਸ ਤੇ ਰਿਫਲੈਕਟ ਹੁੰਦੀਆਂ ਹੀ ਆ। ਤੇ ਅਮਰੀਕਾ ਦੇ ਵਿੱਚ ਕੈਪੀਟਲਿਸਟਸ ਵੱਲੋਂ ਕੰਟਰੋਲ ਕੀਤਾ ਜਾਣਾ ਤੇ ਭਾਰਤ ਦੇ ਵਿੱਚ ਕੈਪੀਟਲਿਸਟ ਵੱਲੋਂ ਕੰਟਰੋਲ ਕੀਤਾ ਜਾਣਾ, ਕਿਵੇਂ ਫਰਕ ਸੋਚਦੇ ਹੋ? ਪਹਿਲੀ ਗੱਲ ਤਾਂ ਇਹ ਹੈ ਕਿ ਅਮਰੀਕਾ ਕੋਈ ਡੈਮੋਕ੍ਰੇਸੀ ਦਾ ਰੋਲ ਮਾਡਲ ਨਹੀਂ। ਠੀਕ। ਜੇ ਤੁਸੀਂ ਕਹੋ ਨਾ ਕਿ ਅਮਰੀਕਾ ਰੋਲ ਮਾਡਲ ਹੈ, ਡੈਮੋਕ੍ਰੇਸੀ ਦੀ ਜਿਹੜੀ ਸਹੀ ਡੈਫੀਨੇਸ਼ਨ ਹੈ, ਦੈਟ ਇਜ਼ ਪਾਵਰ ਵਿਦ ਦ ਪੀਪਲ। ਠੀਕ ਹੈ। ਡੈਮੋਸ ਐਂਡ ਕ੍ਰੇਟਸ, ਇਟ ਮੀਨਸ ਪਾਵਰ ਵਿਦ ਦ ਪੀਪਲ। ਠੀਕ ਹੈ। ਹੁਣ ਮੈਂ ਤਾਂ ਸਿੱਧੀ ਗੱਲ ਕਰਦਾ ਕਿ ਜਿੰਨੀ ਦੇਰ ਤੱਕ ਲੋਕ ਨਹੀਂ ਜਾਗਣਗੇ, ਉਨੀ ਦੇਰ ਤੱਕ ਕੁਝ ਨਹੀਂ ਹੋਣਾ। ਲੋਕਾਂ ਨੂੰ ਦਿਨੋਂ ਦਿਨ ਗਰੀਬ ਹੋ ਰਹੇ ਨੇ, ਨਸ਼ਿਆਂ ਦਾ ਬੋਲਬਾਲ ਹੈ। ਜਿਹੜੇ ਇਸ ਵੇਲੇ ਉੱਥੋਂ ਦੇ ਸਿਸਟਮ ਦੇ ਬੈਨੀਫੀਸ਼ਰੀ ਨੇ, ਜਿਨ੍ਹਾਂ ਨੂੰ ਇਸ ਵੇਲੇ ਉੱਥੋਂ ਦੇ ਸਿਸਟਮ ਤੋਂ ਫਾਇਦਾ ਹੈ, ਉਹ ਕਦੀ ਨਹੀਂ ਚਾਹਣਗੇ ਕਿ ਉੱਥੇ ਅਨਪੜ੍ਹਤਾ ਨਾ ਹੋਵੇ। ਉਹ ਜੇ ਅਨਪੜ੍ਹਤਾ ਹੋਏਗੀ ਤੇ ਇਸ ਤਰ੍ਹਾਂ ਦੇ ਨਾ BA ਵਾਲੇ ਮੁੰਡੇ ਉਹ ਹੋਣਗੇ ਜਿਨ੍ਹਾਂ ਨੂੰ ਪੜ੍ਹਨਾ ਨਹੀਂ ਆਉਂਦਾ। ਬਿਲਕੁਲ। ਮੈਂ ਉੱਥੇ ਪੜ੍ਹਾਉਂਦਿਆਂ ਦੇਖਿਆ ਕਿ ਸਾਰਾ ਸਾਲ ਤਾਂ ਲੋਕੀ ਕਹਿੰਦੇ ਸਨ ਬੜੇ ਚੰਗੇ ਹੋ, ਇਮਤਿਹਾਨਾਂ ਵੇਲੇ ਜਦੋਂ ਨਕਲ ਨਹੀਂ ਸੀ ਮਾਰਨ ਦਿੰਦਾ, ਆਂਦੇ ਵਾਲੀ ਦੀ ਲੱਤ ਵੱਢ ਦੇਣੀ ਹੈ। ਕਾਰਨ ਕੀ ਹੈ ਕਿ ਅਸੀਂ ਕਹਿੰਦੇ ਹੋਰ ਆ, ਕਰਦੇ ਹੋਰ ਆ। ਜੇ ਇਹਦੀ ਥੋੜ੍ਹੀ ਜਿਹੀ ਪ੍ਰੇਰਨਾ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਤੋਂ ਲਈਏ, ਉੱਥੇ ਵੀ ਇਸ ਤਰ੍ਹਾਂ ਦੀ ਚੀਜ਼ ਹੈ ਕਿ ਬਾਬਾ ਫਰੀਦ ਜੀ ਨੇ ਕਿਹਾ ਕਿ ਮੈਂ ਪਰਮਾਤਮਾ ਨੂੰ ਮਿਲਣਾ ਚਾਹੁੰਦਾ ਤੇ ਜਿਹੜਾ ਵੇਸ ਕਰ ਸਕਾਂ ਮੈਂ ਉਹ ਵੇਸ ਕਰਨ ਨੂੰ ਤਿਆਰ ਹਾਂ, ਮੈਂ ਪਰਮਾਤਮਾ ਨੂੰ ਮਿਲਾਂ ਜ਼ਰੂਰ। ਜੀ ਠੀਕ ਹੈ। ਤੇ ਅੱਗੋਂ ਗੁਰੂ ਅਮਰਦਾਸ ਜੀ ਨੇ ਜਵਾਬ ਦਿੱਤਾ ਸੀ, ਤੁਹਾਨੂੰ ਯਾਦ ਹੀ ਹੈ ਕਿ ਕਿਹਾ ਸੀ ਕਿ ਕਾਹੇ ਪਟੋਲਾ ਪਾੜਤੀ ਕੰਬਲੜੀ ਪਹਿਰਿਓ, ਨਾਨਕ ਘਰ ਹੀ ਬੈਠਿਆ ਸੋ ਮਿਲੇ, ਜੇ ਨੀਅਤ ਰਾਸ ਕਰੇ। ਇਸ ਵੇਲੇ ਕਮਲਪ੍ਰੀਤ ਦੀ ਜਿਹੜੀ ਸਾਰੀ ਗੱਲ ਆਉਂਦੀ ਹੈ ਉਹ ਨੀਅਤ ਤੋਂ ਚੱਲਦੀ ਹੈ, ਨੀਅਤ ਤੋਂ ਨੀਤੀ। ਜਿਹੜੇ ਲੋਕ ਨੇ ਉਹ ਵੀ ਐਡਿਕਟ ਹੋ ਚੁੱਕੇ ਨੇ। ਬਿਲਕੁਲ। ਲੋਕਾਂ ਨੂੰ ਵੀ ਉਹ ਐਡਿਕਟ ਹੋ ਚੁੱਕੇ ਨੇ, ਮੈਂ ਸਮਝਾਂ ਹੋ ਚੁੱਕੇ ਨਹੀਂ, ਉਹਨਾਂ ਨੂੰ ਕੀਤਾ ਗਿਆ। ਸਾਡੇ ਆਪਣੇ ਵੇਖਣ 'ਚ, ਕਿਉਂਕਿ ਮੈਂ ਪੋਲੀਟੀਕਲ ਲਾਈਨ ਜਿਹੜੀ ਹੈ ਜਿੰਨਾ ਕੁ ਦੇਖਦਾ ਹੈ, ਸਟੂਡੈਂਟ ਸਨ 64 'ਚ ਕਾਲਜ 'ਚ ਮੈਂ ਪੜ੍ਹਨ ਗਿਆ ਸੀ, ਸਨ 67 ਦੀ ਇਲੈਕਸ਼ਨ ਮੈਂ ਪੂਰੀ ਵੇਖੀ ਹੈ। ਸਨ 62 ਦੀ ਇਲੈਕਸ਼ਨ ਇੱਕ ਸਾਡੇ ਧਾਰੀਵਾਲ ਹਲਕਾ ਹੈ ਬਟ ਪੰਜਾਬ 'ਚ, ਉੱਥੋਂ ਦੇ MLA ਸਨ ਸਾ ਗੁਰਬਖਸ਼ ਸਿੰਘ ਰੰਧਾਵਾ, ਮਾਸਟਰ ਤਾਰਾ ਸਿੰਘ ਉਸ ਵੇਲੇ ਮੇਨ ਸਨ।
ਉਹ ਬੜੇ ਬਜ਼ੁਰਗ ਸਨ। ਉਹਨਾਂ ਨੇ ਮੈਨੂੰ ਦੱਸਿਆ ਕਿ ਮੈਂ ਜਿਹੜੀ ਇਲੈਕਸ਼ਨ ਲੜੀ ਸੀ ਧਾਰੀਵਾਲ ਤੋਂ ਜਿੱਤਿਆ ਸਾਂ, ਕੁੱਲ ਖਰਚਾ 1962 'ਚ ਉਹਨਾਂ ਦਾ 800 ਰੁਪਈਆ ਆਇਆ ਸੀ ਜੀ, ਸਿਰਫ 800 ਰੁਪਏ 'ਚ। ਮੈਨੂੰ ਨਹੀਂ ਅਜੇ ਤੱਕ ਸਮਝ ਆਈ ਕਿ ਤੁਸੀਂ ਲੋਕਾਂ ਦੀ ਸੇਵਾ ਕਰਨੀ ਹੋਏ ਤੇ ਤੁਹਾਨੂੰ ਪੈਸੇ ਕਿਉਂ ਖਰਚਣੇ ਪੈਣ। ਇਸ਼ਤਿਹਾਰ ਹੁੰਦਾ ਹਰ ਪਾਰਟੀ ਦਾ, ਹਲਕਾ ਧਾਰੀਵਾਲ ਦੇ ਜਾਂ ਹਲਕਾ ਬਟਾਲਾ ਦੇ ਸੂਝਵਾਨ ਵੋਟਰੋ ਜੀ, ਆਪਣੇ ਹਲਕੇ ਦੇ ਸੱਚੇ ਸੁੱਚੇ ਤੇ ਨਿਸ਼ਕਾਮ ਸੇਵਕ ਫਲਾਣਾ ਸਿੰਘ ਨੂੰ ਵੋਟਾਂ ਪਾ ਕੇ ਕਾਮਯਾਬ ਕਰੋ। ਬਿਲਕੁਲ ਇਹਨਾਂ ਦੀ ਕਾਮਯਾਬੀ ਤੁਹਾਡੀ ਆਪਣੀ ਕਾਮਯਾਬੀ ਹੈ। ਐਕਚੁਅਲੀ ਕੀ ਲਿਖਿਆ ਹੁੰਦਾ ਹੈ, ਉਹ ਤੇ ਹੁੰਦਾ ਹੈ ਉੱਤੇ ਛਪਿਆ। ਜਿਹੜਾ ਵਿੱਚ ਲਿਖਿਆ ਹੁੰਦਾ ਹੈ ਹਲਕਾ ਬਟਾਲੇ ਦੇ ਮੂਰਖ ਵੋਟਰੋ, ਆਪਣੇ ਹਲਕੇ ਦੇ ਬੇਈਮਾਨ ਲਾਲਚੀ ਬੰਦੇ ਨੂੰ ਵੋਟਾਂ ਪਾ ਕੇ ਕਾਮਯਾਬ ਕਰੋ। ਇਹਨਾਂ ਦੀ ਕਾਮਯਾਬੀ ਤੁਹਾਡੀ ਨਾਕਾਮਯਾਬੀ ਹੈ। ਸਰਮਾਇਆ, ਤੁਸੀਂ ਸੋਚਦੇ ਹੋ ਕਿ ਸਰਮਾਇਆ ਫਿਰ ਪੈਸਾ ਜਿਹੜਾ ਹੈ ਬਹੁਤ ਵੱਡਾ ਰੋਲ ਅਦਾ ਕਰਦਾ ਹੈ। ਵੇਖੋ ਮੈਂ ਤੁਹਾਨੂੰ ਦੱਸਾਂ, ਜੇ ਤੇ ਮੇਰੇ ਕੋਲ ਪੁੱਛ ਕੇ ਕਿਸੇ ਨੇ ਤੁਰਨਾ, ਇਲੈਕਸ਼ਨ 'ਚ ਸਰਮਾਏ ਦੀ ਲੋੜ ਹੀ ਹੈ ਨਹੀਂ। ਜਿਸ ਬੰਦੇ ਨੂੰ ਤੁਸੀਂ ਸੇਵਾ ਦਾ, ਉਹ ਲੋਕੀ ਜਾ ਕੇ ਉਹਨੂੰ ਆਖਣ ਵੀ ਤੂੰ ਖੜਾ ਹੋ ਭਾਈ, ਲੋਕੀ ਆਖਣ ਖੜਾ ਹੋ। ਹੁੰਦਾ ਕੀ ਇਹ ਲੋਕ ਤਰਲੇ ਕਰਦੇ। ਇਹ ਚੀਜ਼ ਹੋ ਰਹੀ ਹੈ ਨਾ ਹੁਣ, ਜਿਹੜੀ ਆਮ ਆਦਮੀ ਪਾਰਟੀ ਹੈ ਉਹਨਾਂ ਦਾ ਦੇਖੋ ਸਰਮਾਇਆ ਉਹਨਾਂ ਕੋਲ ਕੀ ਹੈ। ਸਰਮਾਇਆ ਉਹਨਾਂ ਨੇ ਲੋਕਾਂ ਨੂੰ ਕਹਿ ਕੇ ਜਾਂ ਲੋਕਾਂ ਨੇ ਆਪ ਦਿੱਤਾ ਉਹਨਾਂ ਨੂੰ, ਚਲੋ ਭਾਈ ਆਓ। The thing is ਕਿ ਸਰਮਾਇਆ ਤਾਂ ਜਿੱਦਾਂ ਤੁਸੀਂ ਕਿਹਾ ਕਿ ਸਰਮਾਇਆ ਦੀ ਲੋੜ ਨਹੀਂ ਹੈ, ਉਹ ਤਾਂ ਫਿਰ ਵਰਕਆਊਟ ਨਹੀਂ ਹੁੰਦਾ। ਸਰਮਾਇਆ ਦੀ ਲੋੜ ਹੈ, ਉਹ ਜਾਣ ਆਉਣ ਲਈ ਖਰਚਾ ਚਾਹੀਦਾ ਹੈ। ਤੁਸੀਂ ਗੁਰਦੁਆਰੇ ਬਣਦੇ ਨੇ, ਗੁਰਦੁਆਰੇ ਵਿੱਚ ਅੱਜ ਦੀ ਦਸ਼ਾ, ਮੈਂ ਇੱਥੋਂ ਦੇ ਬਾਰੇ ਮੈਨੂੰ ਜਾਣਕਾਰੀ ਨਹੀਂ ਜੀ, ਜਿਹੜੇ ਹੁਣ ਬਣ ਰਹੇ ਨੇ ਉਹਨਾਂ ਨਾਲ ਵੀ ਮੈਂ ਪੂਰੀ ਤਰ੍ਹਾਂ ਸਹਿਮਤ ਨਹੀਂ, ਪਰ ਜਿਹੜੇ ਪੁਰਾਣੇ ਸਮੇਂ ਦੇ ਗੁਰਦੁਆਰੇ ਹੁੰਦੇ ਸਨ ਜੀ, ਉਹਦੇ 'ਚ ਇੱਕ ਨੇ ਜ਼ਮੀਨ ਦੇ ਦੇਣੀ ਤੇ ਉਹਨੇ ਨਹੀਂ ਸੋਚਿਆ ਮੈਨੂੰ ਪ੍ਰਧਾਨ ਬਣਾਓ। ਉਹਨਾਂ ਦੇ ਮਨ 'ਚ ਕੋਈ ਲਾਲਚ ਨਹੀਂ ਸੀ ਹੁੰਦਾ। ਬਿਲਕੁਲ। ਤੇ ਵਿੱਚੋਂ ਹੀ ਪਾਠੀ ਬਣ ਜਾਣਾ, ਵਿੱਚੋਂ ਹੀ ਲੋਕਾਂ ਨੇ ਦਿਲੋਂ ਜਾ ਕੇ ਕਰਨਾ। ਇਹ ਨਹੀਂ ਵੀ ਕੋਈ, ਤੇ ਲੋਕਾਂ ਨੂੰ ਜਪਜੀ ਸਾਹਿਬ ਬਾਕੀ ਸਾਰੇ ਜਿਹੜੇ ਜਿੰਨਾ ਵੀ ਚੀਜ਼ਾਂ ਸਨ, ਲੋਕਾਂ ਨੂੰ ਅਨਪੜ੍ਹਾਂ ਨੂੰ ਜ਼ਬਾਨੀ ਯਾਦ ਸਨ। ਬਿਲਕੁਲ। 4-4 ਮੀਲ ਦੇ ਖੰਡ ਪਾਠ ਹੁੰਦੇ ਸਨ। ਲੋਕੀ ਜਨਾਨੀਆਂ ਆਪਣੇ ਹੁੰਦੇ, ਸਾਡੀਆਂ ਮਾਤਾਵਾਂ ਜਾਂਦੀਆਂ ਰਹੀਆਂ ਨੇ, ਨਹੀਂ ਭੈਣੇ ਡਾਲੇ ਚੱਕ ਜਾਂ ਫਲਾਣੇ ਪਿੰਡ ਵਿੱਚ ਅਖੰਡ ਪਾਠ ਰੱਖਿਆ, ਆਓ ਸੁਣ ਆਈਏ। ਨਾ ਕੋਈ ਮਾਈਕ ਸੀ, ਨਾ ਕੋਈ ਹੋਰ ਸੀ। ਅੱਜ ਇੱਕ ਥਾਂ ਤੇ 4-4 ਮਾਈਕ ਲੱਗੇ ਹੁੰਦੇ ਨੇ, ਕਿੰਨੇ ਕੁ ਲੋਕੀ ਸੁਣਦੇ ਨੇ। ਇਹ ਅੱਜ ਜਿਹੜੀ ਹੈ ਨਾ, ਜਿਹੜੀ ਮੇਰੀ ਭਾਵਨਾ ਹੈ ਪੈਸੇ ਦੀ ਭਾਵਨਾ ਇਹ ਹੈ ਕਿ ਜਦੋਂ ਤੁਸੀਂ ਕਿਸੇ ਨੂੰ ਵੋਟ ਪਾਉਣੀ ਹੈ ਜੀ, ਸੰਗਤ ਦੇ ਕੋਲ ਜਦੋਂ ਚੀਜ਼ ਚਲੀ ਜਾਂਦੀ, ਤੁਹਾਡਾ ਨਾਮ ਹੀ ਸੰਗਤ ਟੀਵੀ ਹੈ, ਜਿਸ ਚੀਜ਼ ਤੇ ਵੀ ਸੰਗਤ ਆ ਜਾਂਦੀ ਹੈ ਜੀ, ਉਸ ਵੇਲੇ ਕੋਈ ਮੁਸ਼ਕਲ ਨਹੀਂ ਆਉਂਦੀ। ਫਿਰ ਇੱਥੋਂ ਮੈਂ ਗੁਰਬਾਣੀ ਥੋੜਾ ਜਿਹਾ ਮੈਨੂੰ ਆ ਗਿਆ ਤਾਂ ਮੈਂ ਕੋਟ ਕਰਦਾ ਕਿ ਜਦੋਂ ਕਿਸੇ ਨੇ ਕਿਹਾ ਕਿ ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਨਾਹੇ ਨਿਰਮਲ ਕਰਮੀ, ਨਾਹੇ ਨਿਰਮਲ ਕਰਨੀ, ਸਾਧ ਸੰਗਤ ਕੇ ਆਂਚਲ ਲਓ, ਬਿਖਮ ਨਦੀ ਜਾਏ ਤਰਨੀ। ਬਿਲਕੁਲ। ਜਦੋਂ ਤੁਹਾਡੇ ਕੋਲ ਗਿਆਨ ਵੀ ਨਾ ਹੋਵੇ, ਗਿਆਨ ਹੋਵੇ ਤੇ ਧਿਆਨ ਉਹਦੇ ਤੇ ਨਾ ਕਰ ਸਕਦੇ ਹੋ, ਧਿਆਨ ਨਾ ਹੋਵੇ ਤੇ ਤੁਸੀਂ ਕਰਮ, ਗਿਆਨ ਵੀ ਹੈ ਧਿਆਨ ਵੀ ਉਹ ਤੇ ਕਰਦੇ ਹੋ, ਕਰਮ ਨਹੀਂ। ਜੇ ਕਰਮ ਵੀ ਹੈ ਤੇ ਉਹ ਤੁਹਾਡਾ ਸਾਫ਼ ਨਹੀਂ, ਨਿਰਮਲ ਨਹੀਂ। ਬਿਲਕੁਲ। ਉਸ ਵੇਲੇ ਕੀ ਕਰਨਾ ਚਾਹੀਦਾ? ਉਸ ਵੇਲੇ ਕੋਈ ਹੈ ਸਾਧ ਸੰਗਤ ਕੀ ਆਂਚਲ ਲਾਓ। ਜਦੋਂ ਲੋਕ ਸਿਰ ਜੋੜ ਕੇ ਇਕੱਠੇ ਕਰਨਗੇ, ਅਸੀਂ ਸਿਰ ਕਦੋਂ ਜੋੜਦੇ ਹਾਂ? ਜਦੋਂ ਸਾਨੂੰ ਮੁਸ਼ਕਲ ਆਉਂਦੀ ਹੈ। ਇਸ ਵੇਲੇ ਹੁਣ ਸਾਰੇ ਹੀ ਤੁਰ ਪਏ ਨੇ ਵੀ ਕੇਜਰੀਵਾਲ ਨੇ ਪਤਾ ਨਹੀਂ ਕੀ ਕਰ ਦੇਣਾ। ਕੇਜਰੀਵਾਲ ਨੇ ਕੁਝ ਨਹੀਂ ਕਰਨਾ, ਪਹਿਲਾਂ ਆਪਣੇ ਕੋ ਪੁੱਛੋ ਤੂੰ ਕੀ ਕੀਤਾ। ਅਸੀਂ ਆਪ ਕਰੀ ਜਾਂਦੇ ਹਾਂ। ਜਿਹੜਾ ਪ੍ਰੋਫੈਸਰ ਸਾਹਿਬ ਨੇ ਗੱਲ ਕੀਤੀ ਹੈ, ਜਿਹੜਾ ਅਜੋਕਾ ਟਾਈਮ ਹੈ, ਜਿਹੜਾ ਸੰਗਤ ਦੀ ਗੱਲ ਕਰ ਰਹੇ ਹਾਂ, ਜਿੱਦਾਂ ਸਰਮਾਏ ਦੇ ਸਿਚੁਏਸ਼ਨ ਦੀ ਗੱਲ ਕਰ ਰਹੇ ਹਾਂ, ਆਮ ਆਦਮੀ ਪਾਰਟੀ ਕਿੰਨੇ ਕੁ ਰਿਫਲੈਕਟ ਕਰਦੀ ਹੈ ਇਸ ਗੱਲ ਤੇ ਇਸ ਇਲੈਕਸ਼ਨ ਵਿੱਚ ਉਹਦਾ ਕੀ ਇਫੈਕਟ ਰਹੇਗਾ? ਜਿੱਦਾਂ ਇਹਨਾਂ ਨੇ ਕਿਹਾ ਕਿ ਸੇਫਟੀ ਵਾਲਵ ਹੈ, ਤੁਸੀਂ ਕੀ ਸੋਚਦੇ? ਪ੍ਰੋਫੈਸਰ ਸਾਹਿਬ ਦਾ ਵੀ ਜਿਹੜੀ ਸਾਈਕੀ ਹੁਣ ਇਹਨਾਂ ਜੋ ਬੋਲੇ ਇਹਦੇ ਚ ਵੀ ਹਰੇਕ ਬੰਦਾ ਜਿਹੜਾ ਇਸ ਵੇਲੇ ਚਾਹੇ ਜਿੰਨਾ ਵੀ ਉਹਦੇ ਕੋਲੇ ਮਤਲਬ ਕਹਿ ਦਈਏ ਵੀ ਲਾਈਟ ਹੈ ਅੰਦਰੋਂ, ਤੇ ਉਹ ਫਿਰ ਵੀ ਉਹਦੇ 'ਚ ਇੱਕ ਕਨਫਿਊਜ਼ਨ ਦਾ ਕਿਣਕਾ ਫਿਰਦਾ ਨਾਲ, ਵੀ ਪਤਾ ਨਹੀਂ ਹੋਣਾ ਕਿ ਨਹੀਂ ਹੋਣਾ। ਇਹ ਗੱਲ ਜ਼ਰੂਰ ਬੈਠੀ ਹੈ। ਹੁਣ ਆਮ ਆਦਮੀ ਪਾਰਟੀ ਕਿਉਂਕਿ ਬਹੁਤ ਦੇਰ ਬਾਅਦ ਆਇਆ ਇਹੋ ਜਿਹਾ ਬੰਦਾ ਕੋਈ, ਜਿਸ ਬੰਦੇ ਨੇ ਚੀਫ ਮਿਨਿਸਟਰ ਬਣਨ ਸਾਰ ਸਿਕਿਉਰਿਟੀ ਬੰਦ ਕਰਤੀ ਓਵਰ ਦਾ ਨਾਈਟ, ਕੁਝ ਚੀਜ਼ਾਂ ਐਕਸ਼ਨ 'ਚ ਲਿਆ ਕੇ ਉਹਨੂੰ ਦਿਖਾਤੀਆਂ ਵੀ ਆਹ ਕਰ ਸਕਦੇ ਹਾਂ ਆਪਾਂ, ਤੇ ਜਦੋਂ ਉਹਨਾਂ ਨੇ ਕੀਤੀਆਂ ਤੇ ਜਿਹੜੇ ਵਿਰੋਧੀ ਪਾਰਟੀ ਮਗਰ ਪੈ ਗਈਆਂ, ਇਹ ਤਾਂ ਬੰਦਾ ਜੀ ਗਲਤ ਹੈ, ਇਹਨੇ ਤਾਂ ਅਨਾਰਕੀ ਕਰ ਦੇਣੀ ਹੈ, ਫਲਾਨਾ ਕਰ ਦੇਣਾ। ਉਹ ਹੁਣ ਬਲੇਮ ਉੱਤੇ ਹੋਰ ਲੱਗ ਕੇ ਕੋਈ ਕਹਿੰਦਾ ਫਲਾਨੀ ਏਜੰਸੀ ਦਾ ਏਜੰਟ ਹੈ, ਪਰ ਇਹ ਚੀਜ਼ਾਂ ਹੋਣੀਆਂ ਕਿਉਂਕਿ ਉੱਥੇ ਜਿਹੜਾ ਗਾਰਡ ਵਾ ਨਾ ਉਹ ਬਹੁਤ ਜ਼ਿਆਦਾ ਹੈ। ਕਿਉਂਕਿ ਜਾਂ ਤਾਂ ਹੋਵੇ ਵੀ ਥੋੜੀ ਬਹੁਤੀ ਤਾਣੀ ਉਲਝੀ, ਸਾਰਾ ਹੀ ਉਲਝਿਆ ਹੋਇਆ ਕੰਮ, ਟੋਟਲ ਉੱਪਰ ਤੋਂ ਲੈ ਕੇ ਸਿਰੇ ਤੱਕ ਕੰਮ ਖਰਾਬ ਹੈ।
ਤੋ ਇਸ ਲਈ ਜੇ ਆਮ ਆਦਮੀ ਪਾਰਟੀ ਦੇ ਹੱਥ 'ਚ ਕੁਝ ਆਊਗਾ ਵੀ ਤਾਂ ਉਹਨੂੰ ਵੀ ਟਾਈਮ ਲੱਗਣਾ ਹੈ। ਜਿਵੇਂ ਹੁਣ ਉੱਥੇ ਲੋਕ ਵੀ ਤੇ ਮੀਡੀਆ ਵੀ ਕਹਿੰਦੇ ਸੀ ਤੁਸੀਂ ਕਹਿੰਦੇ ਸੀ ਐਂ ਕਰ ਦੇਣਾ, ਤੁਸੀਂ ਕੀਤਾ ਨਹੀਂ। ਹੁਣ ਥੱਲੇ ਉਹਨੂੰ ਪ੍ਰੋਬਲਮ ਕਿੰਨੀ ਹੈ, ਥੱਲੇ ਮਸ਼ੀਨਰੀ ਤਾਂ ਸਾਰੀ ਪੁਰਾਣੀ ਹੈ। ਬਿਲਕੁਲ। ਇੱਕ ਪ੍ਰੋਫੈਸਰ ਸਾਹਿਬ ਕਿਉਂਕਿ ਅਸੀਂ ਜੇ ਹੁਣ ਪੰਜਾਬ ਨੂੰ ਅੰਡਰਸਟੈਂਡ ਕਰਨਾ ਹੋਵੇ ਅੱਜ ਦੀ ਪੋਲੀਟੀਕਲ ਯੂਨਿਟ ਵਿੱਚ, ਤੇ ਦੇਸ਼ ਨੂੰ ਜੇ ਅਸੀਂ ਛੱਡ ਵੀ ਦਈਏ ਭਾਰਤ ਨੂੰ, ਪੰਜਾਬ ਦਾ ਆਪਣਾ ਇੱਕ ਬੜਾ ਇੰਟਰਸਟਿੰਗ ਜੀ ਸਿਚੁਏਸ਼ਨ ਹੈ ਕਿਉਂਕਿ ਉੱਥੇ ਜਿਹਦਾ ਆਮ ਆਦਮੀ ਪਾਰਟੀ ਹੈ ਉਹ ਬੰਦੇ ਦੀ ਬੇਸਿਕ ਲੋੜਾਂ ਦੀ ਗੱਲ ਕਰਦੀ ਹੈ, ਪਰ ਪੰਜਾਬ ਵਿੱਚ ਜਾਂ ਕਹੋ ਕਿ ਸਿੱਖ ਸਿਧਾਂਤ ਵਿੱਚ ਮੀਰੀ ਪੀਰੀ ਤੇ ਪੋਲਿਟਿਕਸ ਤੇ ਰਿਲੀਜਨ ਨਾਲ ਚੱਲਦਾ ਹੈ। ਤੇ ਪੰਜਾਬ ਦੇ ਵਿੱਚ ਜਿਹੜੀ ਪੋਲੀਟੀਕਲ ਸਿਚੁਏਸ਼ਨ ਹੈਗੀ ਹੈ ਉਹ ਤੁਸੀਂ ਸੋਚਦੇ ਹੋ ਕਿ ਭਾਰਤ ਨਾਲੋਂ ਵੱਖਰੀ ਹੈ, ਤੇ ਉੱਥੇ ਪ੍ਰੋਬੈਬਲੀ ਆਮ ਆਦਮੀ ਉਹ ਸਭ ਨਾ ਕਰ, ਆਮ ਆਦਮੀ ਪਾਰਟੀ ਉਹ ਨਾ ਕਰ ਸਕੇ ਜੋ ਰੈਸਟ ਆਫ ਦ ਕੰਟਰੀ ਵਿੱਚ ਕਰ ਸਕਦੀ ਹੈ। ਦੇਖੋ ਜਿਹੜੀ ਤੁਹਾਡੀ ਮੈਂ ਗੱਲ ਦਾ ਜਵਾਬ ਬਾਅਦ 'ਚ ਦੇਣਾ, ਥੋੜ੍ਹਾ ਜਿਹਾ ਆਲਮ ਸਾਹਿਬ ਨੇ ਗੱਲ ਕੀਤੀ ਹੈ ਕਿ ਕਨਫਿਊਜ਼ਨ ਹੈ। ਮੈਨੂੰ ਘੱਟੋ ਘੱਟ ਇਸ ਚੀਜ਼ ਬਾਰੇ ਕਨਫਿਊਜ਼ਨ ਕੋਈ ਨਹੀਂ। ਠੀਕ। ਕੀ ਨਹੀਂ ਕਨਫਿਊਜ਼ਨ? ਪੰਜਾਬੀ 'ਚ ਜਿਹੜੀਆਂ ਕਹਾਵਤਾਂ ਨੇ ਉਹ ਕਹਿੰਦੇ ਨੇ 100 ਗਜ ਰੱਸਾ ਹੋਵੇ ਤੇ ਸਿਰੇ 'ਤੇ ਗੰਢ ਹੁੰਦੀ ਹੈ। ਠੀਕ ਹੈ। ਇਹਨਾਂ ਦੇ ਇਲਾਕੇ ਦਾ ਇੱਕ ਸ਼ਾਇਰ ਹੋਏ ਨੇ ਪ੍ਰਿੰਸੀਪਲ ਤਖਤ ਸਿੰਘ, ਉਹਨਾਂ ਨੇ ਕਿਹਾ ਹੈ ਕਿ ਹਨੇਰਿਆਂ ਤੋਂ ਖਿੱਚਣ ਵਾਲਿਓ ਤਾਂ ਯਕੀਨ ਕਰੋ ਬਣੀ ਹੈ ਰਾਤ ਸਵੇਰ ਦੇ ਇੰਤਜ਼ਾਰ ਲਈ। ਮੈਂ ਇਹ ਮੰਨਣ ਨੂੰ ਤਿਆਰ ਨਹੀਂ ਕਿ ਜਿੰਨਾ ਉੱਥੇ ਗੰਦ ਪਿਆ ਹੈ, ਗੰਦ ਹੈ ਇਸ ਵੇਲੇ, ਜਿਹੜੇ ਨੇਤਾ ਨੇ ਉਹ ਅੱਗੋਂ ਪੁੱਤਰ ਦਰ ਪੁੱਤਰ, ਲੋਕਤੰਤਰ ਘੱਟ ਹੈ ਉੱਥੇ ਹੁਣ ਖਾਨਦਾਨੀ ਲੋਕਤੰਤਰ ਸ਼ੁਰੂ ਹੋ ਗਿਆ। ਅੱਗੋਂ ਬਾਲ ਬੱਚਾ, ਅੱਗੋਂ ਪੋਤਰੇ। ਇਸ ਚ ਵੀ ਚੀਜ਼ ਕਿਉਂਕਿ ਜਦੋਂ ਆਪਾਂ ਖਾਨਦਾਨੀ ਗੱਲ ਕਰਦੇ ਹਾਂ, ਇੱਕ ਤੁਹਾਡੀ ਗੱਲ ਅੱਗੇ ਤੋਰਾਂਗੇ। ਹਾਂਜੀ। ਕਈ ਲੋਕ ਇਹ ਸੋਚਦੇ ਆ ਕਿ ਜਿਹਦਾ ਨਾਰਮਲੀ ਕੋਈ ਡਾਕਟਰ ਹੈ ਉਹਦਾ ਬੱਚਾ ਡਾਕਟਰ ਹੈ, ਉਸ ਤੇ ਕੋਈ ਕੁਐਸਚਨ ਨਹੀਂ ਕਰਦਾ। ਇੰਜੀਨੀਅਰ ਦਾ ਬੱਚਾ ਇੰਜੀਨੀਅਰ ਹੈ, ਕੋਈ ਕੁਐਸਚਨ ਨਹੀਂ ਕਰਦਾ। ਧਾਰਮਿਕ ਬਿਰਤੀ ਵਾਲੇ ਦਾ ਬੱਚਾ ਅੱਗੋਂ ਧਾਰਮਿਕ ਚਲਾ ਜਾਂਦਾ ਹੈ। ਤੇ ਜੇ ਪੋਲੀਟੀਸ਼ੀਅਨ ਹੈ, ਉਹਦੇ ਘਰ ਦਾ ਮਾਹੌਲ ਉਹੋ ਜਿਹਾ ਹੈ, ਪੋਲੀਟਿਕਸ 'ਚ ਉਹਨੂੰ ਇੰਟਰਸਟ ਹੈ, ਪੋਲੀਟੀਸ਼ੀਅਨ ਬਣ ਜਾਂਦਾ ਹੈ, ਤੇ ਉਹਦੇ 'ਚ ਇੰਨਾ ਵਾਵਰੋਲਾ ਕਿਉਂ ਪਾਇਆ ਜਾਂਦਾ? ਕਮਲਪ੍ਰੀਤ ਜੀ ਮੈਂ ਤੁਹਾਨੂੰ ਦੱਸਾਂ ਜੀ, ਜਿਹੜੇ ਹੁਣ ਪੋਲੀਟੀਸ਼ੀਅਨ ਤੁਰੇ ਫਿਰਦੇ ਨੇ ਉੱਥੇ, ਮੈਂ ਸਟੂਡੈਂਟ ਏਜ ਤੇ ਪੋਲੀਟੀਸ਼ੀਅਨ ਸਾਂ, ਪਰ ਮੈਨੂੰ ਇਹ ਸੀ ਕਿ ਮੈਂ ਰੋਟੀ ਖਾਣੀ ਹੈ। ਘਰ ਦੇ ਕਹਿੰਦੇ ਸਨ ਨੌਕਰੀ ਕਰਨੀ ਹੈ, ਸਾਡਾ ਮੁੰਡਾ ਪੜ੍ਹਦਾ ਪਿਆ, ਥੋੜ੍ਹਾ ਬਹੁਤਾ ਕੋਈ ਕੰਮ ਕਰੇਗਾ। ਜੀ। ਮੈਂ ਤੁਹਾਨੂੰ ਸੰਨ 67 ਦੀ ਪੋਲੀਟਿਕਸ ਦੀ ਝਲਕ ਦਿਖਾ ਦੇਣਾ ਕਿ ਸਾਡਾ ਫਤਿਹਗੜ੍ਹ ਚੂੜੀਆਂ ਹਲਕਾ ਸੀ ਬਟਾਲੇ 'ਚ, ਫਤਿਹ ਆਪਣੇ ਪੰਜਾਬ 'ਚ। ਠੀਕ ਹੈ। ਉੱਥੇ ਕਾਂਗਰਸ ਦਾ ਸਰ ਜੋਗਿੰਦਰ ਸਿੰਘ ਲੋਧੀ ਨੰਗਲ ਸਨ, ਸਾਂਝੇ ਫਰੰਟ ਲਈ ਸਰ ਨੱਥਾ ਸਿੰਘ ਦਾਲਮ ਸਨ, ਤੇ ਮੈਂ ਜਿਵੇਂ ਆਪਣੇ ਨੌਜਵਾਨਾਂ 'ਚ ਉਸ ਵੇਲੇ ਉਤਸ਼ਾਹ ਸੀ ਵੀ ਅਸੀਂ ਕੁਝ ਕਰੀਏ, ਉਸ ਵੇਲੇ ਮੈਂ ਉਹਨਾਂ ਨੂੰ ਦੀ ਸਪੋਰਟ ਤੇ ਰਿਹਾ ਸਾਂ ਉਸ ਏਰੀਏ ਦੇ ਵਿੱਚ ਜਿੰਨਾ ਵੀ ਕਰ ਸਕਦਾ। ਤੇ ਏਰੀਆ ਕੀ ਹੁੰਦਾ ਸੀ, ਗੱਡੀ ਕਰਨੀ ਤੇ ਹੈਲੋ ਹੈਲੋ ਕਰਦੇ ਫਿਰਨਾ, ਹੋਰ ਕੋਈ ਖਾਸ ਗੱਲ ਨਹੀਂ। ਲੋਕ ਸਨ, ਲੋਕਾਂ ਨੇ ਵੋਟਾਂ ਪਾਈਆਂ, ਉਹ ਜਿੱਤ ਗਏ। ਉਹਨਾਂ ਨੂੰ ਪਤਾ ਲੱਗਾ ਕਿ ਉੱਥੇ ਇੱਕ ਮੁੰਡਾ ਹੈ ਸੁਖਵੰਤ, ਉਹਨੇ ਬੜੀ ਮਦਦ ਕੀਤੀ ਹੈ। ਨਾ ਮੈਂ ਉਸ MLA ਨੂੰ ਪਛਾਣਦਾ ਸਾਂ, ਸਾਰੀ ਇਲੈਕਸ਼ਨ ਹੋ ਗਈ, ਰਿਜ਼ਲਟ ਆ ਗਿਆ, ਤੇ ਨਾ ਉਹਨੂੰ ਮੇਰਾ ਪਤਾ ਸੀ। ਅੱਜ ਕੀ ਹੈ, ਪੈਸੇ ਕਿਸੇ ਹੋਰ ਨੂੰ ਦੇਣੇ ਨੇ, ਝੰਡਾ ਕਿਸੇ ਹੋਰ ਦਾ ਚੁੱਕਣਾ, ਚਾਹ ਕਿਸੇ ਹੋਰ ਨੂੰ ਪਿਆਉਣੀ ਹੈ, ਪੈਸੇ ਕਿਸੇ ਹੋਰ ਨੂੰ ਦੇਣੇ ਨੇ, ਤੇ ਵੋਟ ਪਤਾ ਨਹੀਂ ਕਿਹਨੂੰ ਪਾਉਣੀ ਹੈ। ਨਹੀਂ ਸਹੀ ਗੱਲ ਆ। ਉਦੋਂ ਮਾਹੌਲ ਜਿਹੜਾ ਜਦੋਂ ਤੁਸੀਂ ਗੱਲ ਕਰਦੇ ਹੋ ਬਹੁਤ ਵਧੀਆ ਸੀ ਮਾਹੌਲ। ਨੰਬਰ 2 ਪੁਆਇੰਟ ਗੰਦਲ ਗਿਆ। ਮੈਂ ਇਹਦੇ ਨਾਲ ਹੀ ਸੰਬੰਧਿਤ ਵਿਦਿਅਕ ਥੋੜੀ ਜਿਹੀ ਗੱਲ ਕਰਦੇ ਆ। ਜਿਵੇਂ ਸਾਡੀ ਸਿਆਸੀ ਹਾਲਾਤ ਮਾੜੇ ਨੇ, ਉੱਥੇ ਵਿਦਿਅਕ ਹਾਲਾਤ ਵੀ ਬਹੁਤ ਮਾੜੇ ਨੇ। ਤੇ ਖਾਸ ਤੌਰ ਤੇ ਜਿਸ ਏਰੀਏ 'ਚ ਮੈਂ ਆਇਆ, ਮੈਂ ਉੱਥੇ ਕਾਲਾ ਅਫਗਾਨਾ ਗਵਰਨਮੈਂਟ ਕਾਲਜ ਹੈ, ਉੱਥੇ 26 ਸਾਲ ਪੜ੍ਹਾਇਆ। ਠੀਕ ਹੈ। 8 ਸਾਲ ਗਵਰਨਮੈਂਟ ਕਾਲਜ ਗੁਰਦਾਸਪੁਰ ਪੜ੍ਹਾਇਆ। ਠੀਕ ਹੈ। ਉਹ ਏਰੀਆ ਸਾਰੇ ਪੰਜਾਬ 'ਚ ਬਦਨਾਮੀ ਦਾ ਥਾਂ ਹੈ ਕਿ ਉੱਥੇ ਨਕਲ ਬੜੀ ਵੱਜਦੀ ਹੈ। ਤੇ ਮੌਕਾ ਕਿਤੇ ਸਾਨੂੰ ਆਇਆ ਕਿ ਉੱਥੇ ਕਾਲਜ ਦੇ ਪ੍ਰਿੰਸੀਪਲ ਸਨ, ਉੱਥੇ ਜਾ ਕੇ ਬਣੇ DPI ਆਪਣੇ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ। ਉਹਨਾਂ ਕਹੇ ਜੇ ਗੁਰਦਾਸਪੁਰ 'ਚੋਂ ਨਕਲ ਬੰਦ ਕਰ ਦਿਓ ਤੇ 50% ਨਕਲ ਸਾਰੇ ਪੰਜਾਬ 'ਚੋਂ ਖਤਮ ਹੋ ਗਈ। ਉਹਦੇ 'ਚ 6 ਟੀਮਾਂ ਬਣੀਆਂ, ਜਿਹਦੇ 'ਚ ਇੱਕ ਟੀਮ ਦਾ ਮੈਨੂੰ ਵੀ ਇੰਚਾਰਜ ਬਣਾਇਆ ਗਿਆ। ਠੀਕ ਹੈ। ਕਮਲਪ੍ਰੀਤ ਜੀ, ਮੈਨੂੰ ਆਪ ਹੈਰਾਨੀ ਹੁੰਦੀ ਹੈ, ਮੈਂ ਕੋਈ ਬਹੁਤ ਦਲੇਰ ਬੰਦਾ ਨਹੀਂ, ਸਧਾਰਨ ਬੰਦਾ, ਪਰ 6-7 ਸਾਲਾਂ ਦੇ ਵਿੱਚ ਨਾ ਮੈਨੂੰ ਕਿਸੇ ਨੇਤੇ ਦਾ ਸਿਫਾਰਿਸ਼ ਆਈ ਸਜੇ, ਤੇ ਨਾ ਕੋਈ ਜਿਹੜਾ ਮੈਂ ਰਿਪੋਰਟ ਭੇਜਦਾ ਸਾਂ ਉਹ ਉਹਦੇ ਤੇ ਐਕਸ਼ਨ ਹੋਣ ਰਿਹਾ ਸੀ। ਠੀਕ ਹੈ। ਤੇ ਜਿਵੇਂ ਹੁੰਦਾ ਨਾ, ਤੇ ਇੱਕ ਇਹ ਵੀ ਹੈ ਕਿ ਜਿਹੜਾ ਮੈਂ ਕੇਸ ਫੜਿਆ ਉਹ ਛੱਡਿਆ ਨਹੀਂ, ਭਾਵੇਂ ਉਹ ਕੇਸ ਕਿਸੇ ਸਟੂਡੈਂਟ ਤੇ ਸੀ, ਭਾਵੇਂ ਕਿਸੇ ਟੀਚਰ ਤੇ ਸੀ, ਤੇ ਭਾਵੇਂ ਉੱਥੋਂ ਦੇ ਪ੍ਰਿੰਸੀਪਲ ਬਾਰੇ ਸੀ। ਜਦੋਂ ਤੁਸੀਂ ਕੰਮ ਕਰਦੇ ਹੋ ਨਾ, ਅੱਜ ਜਿਹਨੇ ਤੁਹਾਨੂੰ ਕਰਪਸ਼ਨ ਲੱਗਦੀ ਏ, ਇਹ ਮਾਈ ਬੁੱਢੀ ਦੇ ਖੰਭਾਂ ਵਰਗੀ ਹੈ। ਇਹ ਜਦੋਂ
ਥੋੜਾ ਜਿਹਾ ਬੰਦੇ ਲੋਕਾਂ ਅੱਜ ਇੱਕ ਚੀਜ਼ ਹੋਰ ਤੁਹਾਡੀ ਗੱਲ ਤੋਂ, ਜਿੱਦਾਂ ਤੁਸੀਂ ਕਿਹਾ ਕਿ ਤੁਹਾਨੂੰ ਉਹ ਜ਼ਿੰਮੇਵਾਰੀ ਸੌਂਪੀ ਗਈ ਤੇ ਤੁਸੀਂ ਉਹ ਬਹੁਤ ਵਧੀਆ ਨਿਭਾਈ, ਪਰ ਕਿਉਂਕਿ ਉਹ ਟੌਪ ਡਾਊਨ ਹੈ ਨਾ, ਉਹ ਟੌਪ ਡਿਸੀਜਨ ਹੈ ਕਿ ਇਦਾਂ ਕੀਤਾ ਜਾਣਾ ਚਾਹੀਦਾ ਹੈ। ਜਿੱਦਾਂ ਹੁਣ ਪੰਜਾਬ ਸਰਕਾਰ ਨੇ ਹੁਣ ਡਿਸਾਈਡ ਕੀਤਾ ਹੈ ਕਿ ਨਸ਼ਿਆਂ ਦੇ ਖਿਲਾਫ ਐਕਸ਼ਨ ਲਿਆ ਜਾਏਗਾ, ਤੇ ਹੁਣ ਲਿਆ ਜਾ ਰਿਹਾ ਪੰਜਾਬ ਦੇ ਵਿੱਚ। ਮੈਂ ਵੇਖੋ ਇੱਕ ਤੁਹਾਨੂੰ ਉੱਥੇ ਰਹਿੰਦਾ ਵਾਂ ਹਾਂ, ਜਿਹੜੇ ਕਹਿੰਦੇ ਨੇ ਲਿਆ ਜਾ ਰਿਹਾ, ਲੈ ਰਹੇ ਆ, ਉਹ ਆਪ ਦੇ ਵਿੱਚ ਸ਼ਾਮਲ ਨੇ। ਕਿਹੜੀ ਪਾਰਟੀ ਦੇ ਬੰਦੇ ਨੇ? ਕਾਂਗਰਸ ਵਾਲੇ ਵਿੱਚ ਸ਼ਾਮਲ ਨਹੀਂ, ਅਕਾਲੀ ਉੱਥੇ ਸ਼ਾਮਲ ਨਹੀਂ। ਇਹ ਕਹਿਣ ਨੂੰ ਗੱਲਾਂ ਹੋਰ ਹੁੰਦੀਆਂ ਨੇ, ਕਰਨ ਨੂੰ ਗੱਲਾਂ ਹੋਰ ਹੁੰਦੀਆਂ ਨੇ। ਜਦੋਂ ਵੇਖੋ ਇੱਕ ਪ੍ਰੋਫੈਸਰ ਸਾਹਿਬ, ਕਿਉਂਕਿ ਪਤਾ ਕਿ ਇਲੈਕਸ਼ਨ ਦਾ ਬੁਖਾਰ ਹੈ ਸਿਰਫ। ਨਹੀਂ, ਗੱਲ ਇਹ ਹੈ ਕਿ ਤੁਸੀਂ ਤੇ ਜਿਹੜੇ ਜਦ ਆਪਾਂ ਕੋਈ ਜਦ ਤੱਕ ਆਪਾਂ ਕਹਿੰਦੇ ਇਨੋਸੈਂਟ ਅੰਟਿਲ ਪ੍ਰੂਵਨ ਗਿਲਟੀ ਹੈ ਨਾ, ਉਹ ਜਦ ਤੱਕ ਅਸੀਂ ਪ੍ਰੂਵ ਨਹੀਂ ਕਰ ਸਕਦੇ, ਭਾਵੇਂ ਫॉर ਵਟਐਵਰ ਰੀਜ਼ਨ ਵੀ ਕਾਂਟ ਪ੍ਰੂਵ, ਭਾਵੇਂ ਸਾਡੇ ਹੱਥ 'ਚੋਂ ਸਮਰੱਥਾ ਨਹੀਂ ਹੈ, ਭਾਵੇਂ ਸਾਡੇ ਕੋਲ ਫੈਕਟਸ ਜਾਂ ਫਿਗਰਸ ਨਹੀਂ ਹੈ, ਲੈਟਸ ਲੀਵ ਇਟ ਆਊਟ। ਪਰ ਜਦ ਟੌਪ ਡਾਊਨ ਡਿਸੀਜਨ ਲਿਆ ਗਿਆ ਹੈ ਕਿ ਅਸੀਂ ਇੱਦਾਂ ਕਰਨਾ ਹੈ, ਤੇ ਉਹ ਹੋਇਆ ਹੈ। ਜਿੱਦਾਂ ਤੁਹਾਨੂੰ ਉਹਨਾਂ ਨੇ ਕਿਹਾ ਕਿ ਗੁਰਦਾਸਪੁਰ 'ਚੋਂ ਨਕਲ ਖਤਮ ਕਰਨੀ ਹੈ, ਤਾਂ ਤੁਹਾਨੂੰ ਕਿਸੇ ਨੇ ਅਪਰੋਚ ਨਹੀਂ ਕੀਤਾ ਕਿ ਇਹਨੂੰ ਤੁਸੀਂ ਇੱਦਾਂ ਕਰੋ ਜਾਂ ਉੱਦਾਂ ਕਰੋ, ਕਿਉਂਕਿ ਉਹ ਡਿਸਾਈਡ ਕੀਤਾ ਗਿਆ ਸੀ। ਪਰ ਉਹਦਾ ਕਾਰਨ ਵੀ ਹੈ, ਸਾਰੀਆਂ 6 ਟੀਮਾਂ ਨੇ ਇਸ ਤਰ੍ਹਾਂ ਨਹੀਂ ਸੀ ਕੀਤਾ। ਮੇਰੇ ਲਈ ਜਿਹੜੀਆਂ ਮੇਰੇ ਕੋਲ ਹਰ ਸਾਲ ਦੀ ਫਾਈਲ ਬਣੀ ਪਈ ਹੈ, ਤੇ ਜਿਹੜੀਆਂ ਕਤਲ ਦੀਆਂ ਧਮਕੀਆਂ ਆਈਆਂ ਨੇ ਉਹ ਵੱਖਰੀਆਂ ਨੇ, ਤੇ ਜਿਹੜੇ ਸਨਮਾਨ ਕਰਦੇ ਨੇ, ਸਨਮਾਨਾਂ ਵਿੱਚ ਮੈਂ ਕਿਤੇ ਨਹੀਂ ਮੈਨੂੰ ਕਿਸੇ ਨੇ ਸ਼ਾਮਲ ਕੀਤਾ। ਅੱਜ ਉਹਨਾਂ ਗੱਲਾਂ ਦੀ ਛੱਡ ਦਿਓ ਉਸ ਚੀਜ਼ ਨੂੰ। ਮੇਰਾ ਕਹਿਣ ਦਾ ਭਾਵ ਇਹ ਹੈ ਕਿ ਜਿਸ ਬੰਦੇ ਦੀ ਡਿਊਟੀ ਲੱਗਦੀ ਹੈ, ਉਹ ਡਿਊਟੀ ਕਰਕੇ ਨਹੀਂ ਸੀ ਲੱਗੀ, ਮੇਰੀ ਨੀਅਤ ਸੀ। ਠੀਕ ਹੈ, ਮੇਰੀ ਨੀਅਤ ਸੀ, ਕਿਉਂਕਿ ਮੈਂ ਜਿਸ ਪਰਿਵਾਰ ਚੋਂ ਆਇਆ ਸਾਂ, ਬਿਲਕੁਲ ਮੈਂ ਚਾਹੁੰਦਾ ਸਾਂ ਵੀ ਨਕਲ ਨਾ ਵੱਜੇ, ਜਿਹੜੇ ਸਹੀ ਬੰਦੇ ਨੇ ਸਹੀ ਰਹਿਣ। ਬਿਲਕੁਲ ਠੀਕ ਹੈ। ਤੇ ਮੈਨੂੰ ਕਹਿੰਦੇ ਸਨ ਐਤਕਾਂ ਨਹੀਂ ਇਹਦੀ ਡਿਊਟੀ ਲੱਗਣ ਦੇਣੀ, ਉਹ ਲਾਉਂਦੇ ਸਨ, ਲੱਗਦੀ ਸੀ। ਮੇਰਾ ਭਾਵ ਇਹ ਨਹੀਂ ਕਿ ਉੱਪਰੋਂ ਡਿਊਟੀ, ਹਾਂ ਹੁਣ ਨਹੀਂ ਡਿਊਟੀ ਲੱਗਦੀ ਮੈਂ ਨਹੀਂ ਜਾਂਦਾ। ਤੁਸੀਂ ਕਈ ਲੋਕ ਕਹਿੰਦੇ ਨੇ ਹਟਾ ਲਈ ਜੇ ਨਕਲ। ਕਾਰਨ ਇਹ ਹੈ ਕਿ ਜਿਹੜਾ ਸਾਨੂੰ ਨਿਰਾਸ਼ਾ ਵਾਲੀ ਗੱਲ ਹੈ ਥੋੜੀ ਜਿਹੀ, ਭਈ ਇਹ ਕਿਵੇਂ ਦੂਰ ਹੋਏਗੀ? ਇੰਨੀ ਛੇਤੀ ਦੂਰ ਹੁੰਦੀ ਹੈ। ਸੱਚ ਜਿਹੜਾ ਹੈ ਨਾ, ਬਿਲਕੁਲ ਉਹਦੀ ਸ਼ਕਤੀ ਬਹੁਤ ਜ਼ਿਆਦਾ ਹੈ। ਝੂਠ ਦਾ ਅੰਬਾਰ ਜਿਹੜਾ ਹੈ ਉਹ ਮਾਈ ਬੁੱਢੀ ਦੇ ਖੰਭਾਂ ਵਰਗਾ ਹੈ। ਕਦੀ ਕਿਸੇ ਨੇ ਆਖਿਆ ਇਸ਼ਤਿਹਾਰ ਮੈਨੂੰ ਵਿਖਾ ਦਿਓ ਜਿਹਦੇ 'ਚ ਕਿਸੇ ਲੀਡਰ ਨੇ ਕਿਹਾ ਹੋਏ ਮੈਂ ਲੁੱਟਣਾ ਜੇ, ਤੇ ਕਿਰਪਾ ਕਰਕੇ ਮੈਨੂੰ ਵੋਟਾਂ ਦਿਓ, ਤੇ ਮੈਨੂੰ ਐਤਕਾਂ ਜਿੱਤ ਦਿਓ, ਅੱਗੋਂ ਮੈਂ ਦਵਾਈ ਰੱਬ ਦੀ ਅੱਗੋਂ ਨਹੀਂ ਖਲੋਂਦਾ। ਕਦੀ ਕਿਸੇ ਨੇ ਕਿਹਾ? ਪਰ ਜਿਹੜਾ ਬੰਦੇ ਨੂੰ ਟਿਕਟ ਨਹੀਂ ਮਿਲਦੀ, ਉਹਦੀ ਮਾਂ ਮਰ ਜਾਂਦੀ ਹੈ। ਬਿਲਕੁਲ ਬਿਲਕੁਲ। ਇਸ ਤਰ੍ਹਾਂ ਕਿਉਂਕਿ ਹੁਣ ਪੰਜਾਬ ਦੇ ਵਿੱਚ ਬੜੇ ਇੰਟਰਸਟਿੰਗ ਜਿਹੇ ਕੰਬੀਨੇਸ਼ਨਸ ਨੇ। ਕਾਂਗਰਸ ਦੀ ਪੂਰੀ ਵਾਹ ਲੱਗੀ ਹੋਈ ਹੈ, ਤੇ ਜਿਹੜੇ ਕਾਂਗਰਸ ਦੇ ਪਲੇਸਮੈਂਟਸ ਤੁਸੀਂ ਦੇਖੀਆਂ ਹੋਣਗੀਆਂ, ਉਹਦੇ ਬਾਰੇ ਤੁਹਾਡਾ ਕੀ ਕਹਿਣਾ ਹੈਗਾ ਹੈ ਕਿ ਹੁਣ ਕੈਪਟਨ ਅਮਰਿੰਦਰ ਸਿੰਘ ਨੂੰ ਅੰਮ੍ਰਿਤਸਰ ਦੇ ਦਿੱਤਾ ਹੈ, ਬੀਬੀ ਪਟੇਲ ਨੂੰ ਸੰਗਰੂਰ ਦੇ ਦਿੱਤਾ ਹੈ। ਸੋ ਜਿਹੜੇ ਮਨੀਸ਼ ਤਿਵਾਰੀ ਵਿਲਿੰਗ ਨਹੀਂ ਸੀ ਲੁਧਿਆਣਾ ਤੋਂ, ਚੰਡੀਗੜ੍ਹ ਜਾਂਦਾ ਸੀ, ਉਹਨੂੰ ਨਹੀਂ ਮਿਲਿਆ। ਇਹ ਜਿਹੜੇ ਜੋੜ ਤੋੜ ਇਹ ਹੈ ਕਿ ਅਸੀਂ ਜਿਹੜੀ ਪੋਲੀਟੀਕਲ ਸਾਇੰਸ ਪੜ੍ਹਦੇ ਸਾਂ ਨਾ 64 ਤੋਂ ਲੈ ਕੇ 68 ਤੱਕ, ਉਹ ਅਸੀਂ ਤਕਰੀਬਨ ਵੈਸਟਰਨ ਪੋਲੀਟੀਕਲ ਥਾਟ ਜਿਹਦੇ ਵਿੱਚ ਗ੍ਰੀਕ ਵਗੈਰਾ ਸ਼ਾਮਲ ਸਨ, ਜਿਹਦੇ 'ਚ ਅਸੀਂ ਵੀ ਅਸੀਂ ਆਲੇ ਦੁਆਲੇ ਨੂੰ ਸਵਾਰਨਾ। ਜਿਸ ਅਮਰੀਕਾ ਦਾ ਆਪਾਂ ਜ਼ਿਕਰ ਕਰਦੇ ਹਾਂ, ਉੱਥੋਂ ਦਾ ਇੱਕ ਆਦਮੀ ਹੈ ਡੇਵਿਡ ਈਸਟਨ। ਠੀਕ ਹੈ। ਡੇਵਿਡ ਈਸਟਨ ਨੇ ਕਿਤਾਬ ਲਿਖੀ ਸੀ ਦਾ ਪੋਲੀਟੀਕਲ ਸਿਸਟਮ, ਜਿਹਨੂੰ ਕਾਊਂਟਰ ਐਕਚੁਅਲੀ ਉਹਨੇ ਕੀਤਾ ਸੀ ਉਸ ਚੀਜ਼ ਤੇ। ਇੱਕ ਬਹੁਤ ਹੀ ਤੁਹਾਡੇ ਦਿਮਾਗ ਨੂੰ ਲੱਗਣ ਵਾਲਾ ਐਨਾਲਿਸਿਸ ਹੈ ਦਾ ਡੇਵਿਡ ਈਸਟਨ ਦਾ ਪੋਲੀਟੀਕਲ ਸਿਸਟਮ, ਜਿਹਦੇ ਵਿੱਚ ਇਨਪੁਟ ਆਊਟਪੁੱਟ ਪ੍ਰੋਸੈਸ ਚੱਲਦਾ ਹੈ। ਜਦੋਂ ਉਹਨਾਂ ਨੇ ਚੀਜ਼ ਦਿੱਤੀ ਤੇ ਉਹਨਾਂ ਕਿਹਾ ਨਹੀਂ, ਇਹ ਜਿਹੜੀ ਹੈ ਨਾ ਕਿ what the state is, what it has been, what it ought to be, ਇਹ ਬਕਵਾਸ ਹੈ, ਇਹਦਾ ਕੋਈ ਫਾਇਦਾ ਨਹੀਂ। ਠੀਕ ਹੈ। Politics is how to gain power, how to retain power and how to use power। ਇਹ ਪ੍ਰਾਪਤੀ ਸਾਨੂੰ ਅਮਰੀਕਨ ਥਾਟ ਦੀ ਹੈ ਕਿ ਹੁਣ ਉੱਥੇ ਸਾਡੇ ਸੈਮੀਨਾਰ ਲੱਗੇ ਸਨ ਉਦੋਂ, ਤੇ ਹੁਣ ਸਾਡੀ ਉਦੋਂ ਅਸੀਂ ਇੰਡੀਆ ਵਿੱਚ ਉਹਨੂੰ ਅਸੀਂ ਮਾਡਰਨ ਪੋਲੀਟੀਕਲ ਸਾਇੰਸ ਕਹਿੰਦੇ ਆ। ਤੇ ਉੱਥੇ ਪੜ੍ਹਾਉਂਦੇ ਹੀ ਅਸੀਂ ਸ਼ੁਰੂ ਤੋਂ ਲੈ ਕੇ ਬੱਚੇ ਨੂੰ ਇਹੋ ਹੀ ਆ ਕਿ ਪੋਲੀਟਿਕਸ ਇਜ਼ ਹਾਊ ਟੂ ਗੇਨ ਪਾਵਰ, ਹਾਊ ਟੂ ਰਿਟੇਨ ਪਾਵਰ ਐਂਡ ਹਾਊ ਟੂ ਯੂਜ਼ ਪਾਵਰ। ਤੇ ਜੇ ਮੇਰੇ ਵਰਗਾ ਬੰਦਾ ਕੋਈ ਇਸ ਤਰ੍ਹਾਂ ਦੀ ਗੱਲ ਕਰਦਾ ਕਿ ਸਾਨੂੰ ਕੋਈ ਸਵਾਰਨਾ ਚਾਹੀਦਾ, ਕਹਿੰਦਾ ਤੁਹਾਨੂੰ ਤੇ ਸਿਆਸਤ ਆਉਂਦੀ ਨਹੀਂ, ਤੁਹਾਨੂੰ ਤੇ ਪਤਾ ਹੀ ਨਹੀਂ ਸਿਆਸਤ ਕੀ ਹੈ। ਜਿਹੜੇ ਗੁਰਦੁਆਰੇ ਦਾ ਗ੍ਰੰਥੀ ਬੜਾ ਮਹਾਨ ਆਦਮੀ ਹੁੰਦਾ ਸੀ, ਉਹ ਬੜਾ ਸਤਿਕਾਰਤ ਆਦਮੀ ਹੁੰਦਾ ਸੀ, ਤੇ ਜੇ ਕਿਸੇ ਥਾਂ ਤੇ ਕੋਸ਼ਿਸ਼ ਕਰਕੇ ਕੋਈ ਠੱਗ ਬੰਦਾ ਜਿਹੜਾ ਹੋਈ ਗ੍ਰੰਥੀ ਬਣ ਜਾਏ, ਤੇ ਉਹਦੇ ਬਾਰੇ ਤੁਸੀਂ ਕੀ ਕਹੋ? ਉਹਨੂੰ ਗ੍ਰੰਥੀ ਨਹੀਂ ਕਹਿ ਸਕਦਾ ਮੈਂ। ਬਿਲਕੁਲ। ਅੱਜ ਦੇ ਬੰਦੇ ਸਿਆਸਤਦਾਨ ਘੱਟ ਨੇ, ਵਪਾਰੀ ਜ਼ਿਆਦਾ ਨੇ। ਇਹਨਾਂ ਦਾ ਮੇਨ ਏਮ ਜਿਹੜਾ ਹੈ
ਉਹ ਹੈ ਹਾਊ ਟੂ ਗੇਨ ਪਾਵਰ। but then it's again modern political science No, no, not ਕਿਉਂਕਿ ਉਹਨੇ ਤੁਸੀਂ ਕਿਹਾ ਕਿ ਇਹ ਗੱਲ ਨਹੀਂ ਸਮਝੇ। ਉਹ ਵਾਲਾ political science thought different ਹੈ different। ਜਿਹੜਾ ਮੇਰਾ ਥੀਸਿਸ ਜਿੰਨਾ ਹੈ ਕੁਝ ਤੁਸੀਂ ਡਿਸਕਸ ਕੀਤਾ ਮੈਂ ਉਹ ਇੱਕ ਗੀਤ ਚ ਤੁਹਾਨੂੰ ਸੁਣਾਉਣਾ, ਫਿਰ ਬਾਅਦ ਦੁਬਾਰਾ ਸ਼ੁਰੂ ਕਰਿਓ ਅਸੀਂ। ਠੀਕ ਹੈ ਸਰ, ਉਹ ਕਰਦੇ ਹਾਂ ਫਿਰ ਵਧੀਆ ਡਿਸਕਸ਼ਨ ਹੋ ਗਈ। ਲਓ ਜੀ, ਹਾਂਜੀ ਗੱਲ ਸੁਣੋ। ਗੀਤ ਪਤਾ ਸੀ ਤੁਹਾਡੇ ਕਿਉਂ ਸੁਣਨੇ ਨੇ? ਹਾਂਜੀ ਜਿੰਨੀਆਂ ਗੱਲਾਂ ਕੀਤੀਆਂ ਨੇ, ਕੋਈ ਲੋਕੀ ਸਾਡੇ ਕਹਿੰਦੇ ਹੁੰਦੇ ਨੇ ਭਈ ਮੈਂ ਤੇਰੀ ਗੱਲ ਕਿਉਂ ਮੰਨਾਂ, ਤੂੰ ਕਿਹੜੇ ਮੇਰੇ ਗਾਉਣ ਸੁਣਾਉਂਦਾ ਰਿਹਾ। ਤੁਸੀਂ ਗਾਉਣ ਸੁਣਾਇਓ, ਗੱਲਾਂ ਕੀਤੀਆਂ ਨੇ ਤਾਂ ਕੋਈ ਨਾ ਕੋਈ ਤੇ ਇੰਗਲੈਂਡ ਚ ਨਹੀਂ ਤੁਸੀਂ ਆਪਾਂ ਲੈ ਕੇ ਜਾਈਏ। ਐਕਚੁਅਲੀ ਤੁਹਾਡੇ ਗੀਤ ਤੋਂ ਆਪਾਂ ਪ੍ਰੋਗਰਾਮ ਨੂੰ ਐਂਡ ਕਰਾਂਗੇ, ਪਰ ਜਿਹੜੀ ਇੰਪੋਰਟੈਂਟ ਚੀਜ਼ ਹੈਗੀ ਹੈ, ਜਿਹੜੇ ਤੁਸੀਂ ਕਿਹਾ ਕਿ ਹਾਊ ਟੂ ਗੇਨ ਪਾਵਰ, ਰਿਟੇਨ ਪਾਵਰ, ਉਹ ਸਾਰੀ ਚੀਜ਼ਾਂ ਉਹ ਮਾਡਰਨ ਪੋਲੀਟੀਕਲ ਥਾਟ ਦਾ ਹੀ ਪ੍ਰੋਸੈਸ ਹੈ, ਜਿੱਥੇ ਲੋਕ ਜੇ ਨਾਂ ਤੁਸੀਂ ਰੱਖਤਾ ਕਿਸੇ ਦਾ ਸ਼ੇਰ ਸਿੰਘ ਜਿਹੜਾ ਹੈ ਡਰਾਕਲ, ਤਾਂ ਸ਼ੇਰ ਸਿੰਘ ਥੋੜਾ ਬਣ ਜਾਂਦਾ ਹੈ। ਦਿਸ ਇਜ਼ ਇਹ ਠੀਕ ਹੈ, ਸਾਡੀਆਂ ਯੂਨੀਵਰਸਿਟੀਆਂ ਜਿਹਨਾਂ PhD ਕਰਨੀ ਹੈ, ਦੇ ਕਾਲ ਇਟ ਮਾਡਰਨ ਪੋਲੀਟੀਕਲ ਸਾਇੰਸ। ਮੈਂ ਸਮਝਦਾ ਇਟ ਇਜ਼ ਰੈਟਰੋਗ੍ਰੇਡਿਵ। ਲੋਕਾਂ ਦੀ ਜਿਹੜੀ ਤਿੰਨ ਤਰ੍ਹਾਂ ਦੀ ਸਿਆਸਤ ਹੁੰਦੀ ਹੈ, but then that's your political analysis, personal not personal, not ਕਿਤੇ ਲੋਕਾਂ 'ਚ ਜਾ ਕੇ ਪਿੰਡਾਂ ਨੂੰ ਪੁੱਛੋ। ਜੋ ਕੇਜਰੀਵਾਲ ਕਹਿ ਰਿਹਾ ਬਿਲਕੁਲ ਸਹੀ ਕਹਿ ਰਿਹਾ ਉਸ ਪੱਖ ਤੇ। ਠੀਕ ਹੈ ਭਈ ਤੁਸੀਂ ਕਿਹਨਾਂ ਦੀ ਗੱਲ ਕਰਦੇ? ਲੋਕਾਂ ਨੂੰ ਪੁੱਛੋ ਬਿੱਲ ਕਿੱਥੋਂ ਦੇਣੇ ਨੇ। ਤੁਸੀਂ ਕਮਲਪ੍ਰੀਤ ਜੀ ਪਿੰਡਾਂ ਜਾ ਕੇ ਦੇਖੋ, ਸਾਡੇ ਵਰਗੇ ਬੰਦੇ ਜਿੰਨੀ ਪੈਨਸ਼ਨ ਲੈਂਦੇ ਨੇ ਨਾ, ਪ੍ਰੋਫੈਸਰ ਹੀ ਉੱਥੋਂ ਦੇ 5000 ਰੁਪਈਆ 7000 ਰੁਪਈਆ ਮਹੀਨੇ ਦਾ ਲੈ ਰਿਹਾ। ਬਿਲਕੁਲ ਬਿਲਕੁਲ। ਤੇ ਉੱਥੇ ਹੀ ਜਿਹੜੇ ਉਹ ਆਦਮੀ ਨੇ ਉਹਨਾਂ ਨੇ ਕਾਲਜ ਬਣਾ ਲਏ ਨੇ। ਉੱਥੇ ਕਿਹੜਾ ਲੀਡਰ ਹੈ ਜਿਹੜੇ ਵੀ ਤਾਕਤ ਜਿਨ੍ਹਾਂ ਨੇ ਆਪਣੇ ਸਕੂਲ ਕਾਲਜ ਨਹੀਂ ਖੋਲ੍ਹ ਲਏ, ਜਿਨ੍ਹਾਂ ਨੇ ਆਪਣੀਆਂ ਬੱਸਾਂ ਨਹੀਂ ਬਣਾ ਲਈਆਂ? ਜਿਹੜੇ ਬੰਦੇ ਰਾਇਲ ਐਨਫੀਲਡ ਮੋਟਰਸਾਈਕਲ ਤੇ ਫਿਰਦੇ ਸਨ ਨਾ ਸੰਨ 72 73 ਚ, ਅੱਜ ਉਹਨਾਂ ਕੋਲ 90 ਬੱਸਾਂ ਨੇ, ਉਹਨਾਂ ਕੋਲ ਸਕੂਲ ਬਣੇ ਪਏ ਨੇ। ਸੋ ਕਹਿਣ ਦਾ ਭਾਵ ਇਹ ਹੈ ਕਿ ਲੋਕ ਜਿਹੜੇ ਨੇ ਉਹ ਇਸ ਵੇਲੇ ਉਹਨਾਂ ਨੂੰ ਸਮਝਾ ਬਬੂਆ ਮਾਣੋ ਬਿੱਲੀ ਆਈ ਆ, ਉਹਨਾਂ ਨੂੰ ਮਾਣੋ ਬਿੱਲੀ ਤੋਂ ਡਰਾਇਆ ਹੈ, ਹਰ ਆਦਮੀ ਨੂੰ ਡਰਾਇਆ ਹੈ। ਸਰਪੰਚਾਂ ਨੂੰ ਗਰਾਂਟਾਂ ਦੇ ਰਹੇ ਨੇ। ਸੰਨ 75 ਤੋਂ 72 73 ਤੋਂ ਪਹਿਲਾਂ ਕਿਸੇ ਪਿੰਡ ਵਿੱਚ ਕਿਸੇ ਸਰਪੰਚ ਨੂੰ ਕੋਈ ਗਰਾਂਟ ਨਹੀਂ ਸੀ ਦਿੱਤੀ ਜਾਂਦੀ। ਗਿਆਨੀ ਜੈਲ ਸਿੰਘ ਹੋਰਾਂ ਤੋਂ 5-5000 ਰੁਪਈਆ ਗਰਾਂਟ ਦੇਣੀ ਸ਼ੁਰੂ ਹੋਈ, ਫਿਰ 10000 ਹੋਈ, ਅੱਜ ਕੱਲ੍ਹ ਲੱਖਾਂ ਦਿੰਦੇ ਨੇ। ਤੇ ਮੇਰਾ ਨਹੀਂ ਖਿਆਲ ਵੀ ਕਦੀ ਕੋਈ ਸਰਪੰਚ ਨੇ ਉੱਥੇ ਜੇ ਕਿੰਨੇ ਪੈਸੇ ਲਾਉਂਦੇ ਨੇ, ਮੈਂ ਕਿਹੜਾ ਸਾਰਿਆਂ ਨੂੰ ਫਿਰ ਕੇ ਵੇਖਿਆ, 12000 ਤੋਂ ਵੱਧ ਪੰਚਾਇਤਾਂ ਨੇ, ਪਰ ਜ਼ਿਆਦਾ ਇਹ ਹੀ ਹੈ ਕਿ ਇਹ ਡਿਵੈਲਪਮੈਂਟਲ ਗ੍ਰਾਂਟਸ ਘੱਟ ਨੇ, ਇਟ ਇਜ਼ ਪੋਲੀਟੀਕਲ ਕਰਪਸ਼ਨ। ਤੇ ਸਰਪੰਚਾਂ ਪੰਚਾਂ 'ਚ ਵੀ ਇੰਨੀ ਦੌੜ ਹੈ ਸਰਪੰਚ ਬਣਨ ਦੀ, ਉਹ ਵੀ ਲੱਖਾਂ ਰੁਪਏ ਉੱਥੇ ਲਾਉਂਦੇ ਨੇ। ਸ਼੍ਰੋਮਣੀ ਕਮੇਟੀ ਦੇ ਮੈਂਬਰ ਬਣ ਲਈ, ਮੈਨੂੰ ਇੱਕ ਇਹ ਦੱਸਿਆ ਸੀ ਕਿ 18 ਲੱਖ ਰੁਪਈਆ ਮੇਰਾ ਲੱਗਾ ਜੀ। ਠੀਕ ਹੈ, ਸ਼੍ਰੋਮਣੀ ਕਮੇਟੀ ਦਾ ਮੈਂਬਰ ਬਣ ਲਿਆ। ਇੱਕ ਹੋਰ ਚੀਜ਼ ਪ੍ਰੋਫੈਸਰ ਸਾਹਿਬ, ਕਿਉਂਕਿ ਹੁਣ ਇਲੈਕਸ਼ਨ ਦਾ ਐਂਟਾਇਰ ਪ੍ਰੋਸੈਸ, ਇੱਕ ਤੁਹਾਨੂੰ ਮੀਡੀਆ ਇਨਵੋਲਵ ਕਰਨਾ ਪੈਂਦਾ, ਤੁਹਾਨੂੰ ਟਰੈਵਲ ਜ਼ਿਆਦਾ ਕਰਨਾ ਪੈਂਦਾ ਹੈ, ਤੁਹਾਡੀ ਸਟੇਸ਼ਨਰੀ ਤੇ ਬਾਕੀ ਆਫਿਸਿਸ, ਓਵਰਹੈਡਸ ਦੇ ਕਾਸਟ ਜਨਰਲੀ ਟੂ ਰਨ ਫॉर ਐਨੀ ਪੋਸਟ ਬਹੁਤ ਜ਼ਿਆਦਾ ਨੇ, ਤੇ ਉਸ ਕਰਕੇ ਇੰਨੇ, ਤੇ ਅੱਜ ਕੱਲ੍ਹ ਤੁਹਾਨੂੰ ਪਤਾ ਲੱਖ ਰੁਪਇਆ 2 ਲੱਖ ਰੁਪਇਆ ਜਿਹਦਾ ਇੱਥੇ ਅੱਜ ਕੱਲ੍ਹ ਉਸਦੀ ਕੋਈ ਵੈਲਿਊ ਹੀ ਨਹੀਂ ਹੈ। ਤੁਸੀਂ ਦੱਸੋ, ਅਸੀਂ ਉੱਥੇ ਤੁਸੀਂ ਦੱਸੋ ਇਸ ਵੇਲੇ ਇਹਨਾਂ ਨੇ, ਕਿਉਂਕਿ ਤੁਸੀਂ ਇਹਨਾਂ ਨੇ ਖਰਚਾ ਲਿਖਿਆ 40 ਲੱਖ। ਹਾਂ ਠੀਕ ਹੈ, ਆਮ ਐਵਰੇਜ ਮੈਂ ਗਿਣ ਲੈਣਾ ਵੀ 10 ਲੱਖ ਇੱਕ ਹਲਕੇ 'ਚ ਹੋਣਗੇ, ਨਹੀਂ ਆਈ ਥਿੰਕ ਜਾਂ 8 ਲੱਖ ਹੋਣਗੇ ਵੋਟਰ। ਹਾਂ, ਤੇ ਜਿਨ੍ਹਾਂ ਨੇ ਆਪਣੇ ਨੌਕਰ ਚੁਣਨਾ 5 ਸਾਲਾਂ ਵਾਸਤੇ, ਉਹ 1 ਰੁਪਈਆ ਵੀ ਦੇਣ ਤੇ 8 ਲੱਖ ਰੁਪਈਆ ਬਣ ਜਾਂਦਾ। ਪਰ ਜਿੱਦਾਂ ਤੁਸੀਂ ਕਿਹਾ ਕਿ ਜਦ ਤੇ ਇਲੈਕਸ਼ਨ ਟਾਈਮ ਹੈ ਉਦੋਂ ਤੇ ਸਾਰੇ ਇਨਵੋਲਵ ਹੁੰਦੇ ਆ। ਨਹੀਂ ਮੇਰੀ ਗੱਲ ਪਰ ਉਹ ਪੋਲੀਟੀਕਲ ਇਨਪੁਟ ਨਹੀਂ ਨਾ ਦਿੰਦੇ। ਗੱਲ ਤਾਂ ਸੁਣ ਲਓ, ਗੱਲ ਨਜ਼ਰੀਆ ਇਹ ਹੈ ਕਿ ਸਾਨੂੰ ਉਹ ਯਕੀਨ ਨਹੀਂ ਹੋਣ ਦਿੰਦੇ ਵੀ ਹੋ ਸਕਦਾ। ਮੈਂ ਇਹ ਕਰਕੇ ਵੇਖਿਆ। ਠੀਕ ਹੈ, ਮੈਂ ਉੱਥੇ ਆਪਣੀ ਇੱਕ ਛੋਟੀ ਜਿਹੀ, ਜਿਵੇਂ ਹੁੰਦਾ ਨਾ ਜਥੇਬੰਦੀ ਵੀ ਨਹੀਂ, ਦੈਟ ਇਜ਼ ਅ ਸਿਟੀਜ਼ਨ ਸੋਸ਼ਲ ਵੈਲਫੇਅਰ ਫੋਰਮ ਕਰਦਾ, ਤੇ ਨਾ ਸਾਨੂੰ ਸਰਕਾਰ ਨੇ ਕਦੀ ਗ੍ਰਾਂਟ ਦਿੱਤੀ ਹੈ, ਨਾ ਅਸੀਂ ਕਦੀ ਮੰਗੀ ਹੈ, ਤੇ ਨਾ ਸਾਨੂੰ ਕਦੀ ਪੈਸੇ ਦੀ ਘਾਟ ਹੀ ਆਈ ਹੈ। ਜਦੋਂ ਤੁਸੀਂ ਲੋਕਾਂ ਵਾਸਤੇ ਕੰਮ ਕਰਦੇ ਹੋ, ਲੋਕੀ ਤਾਂ ਪੈਸੇ ਦੀ ਘਾਟ ਆਉਣ ਨਹੀਂ ਦਿੰਦੇ। ਸੋ ਡੂ ਯੂ ਥਿੰਕ ਹੁਣ ਆਮ ਆਦਮੀ ਪਾਰਟੀ ਨੂੰ ਕੋਈ ਪੈਸਿਆਂ ਦੀ ਕੋਈ ਪ੍ਰੋਬਲਮ ਨਹੀਂ ਆਏਗੀ ਕਿਉਂਕਿ ਉਹ ਲੋਕਾਂ ਦੇ ਲਈ ਕੰਮ ਕਰ ਰਹੇ ਹੈ? ਮੇਰਾ ਨਹੀਂ ਖਿਆਲ। ਵੇਖੋ, ਜੋ ਤੁਸੀਂ ਪਾਰਟੀ ਨੂੰ ਕਹਿੰਦੇ ਹੋ ਨਾ, ਆਮ ਆਦਮੀ ਪਾਰਟੀ ਵੀ ਖਰਾਬ ਹੋ ਸਕਦੀ ਹੈ, ਉਹ ਵੀ ਇਨਸਾਨ ਹੈ, ਹਰ ਬੰਦੇ ਦੀ ਸੋਚ ਹੁੰਦੀ ਹੈ। ਇੱਕ ਜਿੰਨੀ ਦੇਰ ਤੱਕ ਮੇਰੇ ਮਨ ਵਿੱਚ, ਕਮਲਪ੍ਰੀਤ ਦੇ ਮਨ ਵਿੱਚ, ਆਲਮ ਸਾਹਿਬ ਦੇ ਮਨ 'ਚ, ਦੂਜਿਆਂ ਦੇ ਮਨਾਂ 'ਚ ਆਪ ਸੋਚ ਨਹੀਂ ਆਏਗੀ, ਪਹਿਲਾਂ ਆਪਣੇ ਕੋਲ ਸੋਚਣਾ ਚਾਹੀਦਾ ਕਿ ਕੀ ਮੈਂ ਵੀ ਕੁਝ ਇਨਪੁਟ ਪਾਉਣ ਨੂੰ ਤਿਆਰ ਹਾਂ। ਬਿਲਕੁਲ, ਅੱਜ ਉੱਥੇ ਇਨਪੁਟ ਪਾਉਣ ਨੂੰ ਲੋਕੀ ਤਿਆਰ ਘੱਟ ਨੇ। ਇੱਕੋ ਹੀ ਕਹਿਣਗੇ ਮੈਂ ਤੁਹਾਡੇ ਮਗਰ ਹਾਂ, ਮੈਨੂੰ ਜਰਾ ਕੰਮ ਹੈ, ਮੈਨੂੰ ਮੈਂ ਤੁਹਾਡੇ ਨਾਲ ਹੀ ਹਾਂ, ਉਸ ਤਰ੍ਹਾਂ ਕਰਨਾ ਕੁਛ ਨਹੀਂ, ਮੈਂ ਤੁਹਾਡੇ ਨਾਲ ਹੀ ਹਾਂ। ਬਟ ਡੂ ਯੂ ਥਿੰਕ ਹੁਣ ਨਵੀਂ ਜਿਹੜੀ ਹਵਾ ਚੇਂਜ ਹੋ ਰਹੀ ਹੈ ਉਸ ਦੇ ਨਾਲ ਲੋਕਾਂ ਦਾ ਇੰਟਰਸਟ ਉਸ ਵੱਲ ਵਧਿਆ ਹੈ, ਤੇ ਲੋਕੀ ਐਕਚੁਅਲੀ ਹੁਣ ਦੇਖੋ ਉਹਦਾ ਅਸਰ ਪਏਗਾ। ਜਿਵੇਂ ਲੁਧਿਆਣਾ ਸੀਟ ਹੈ, ਉੱਥੇ ਫੂਲਕਾ ਸਾਹਿਬ ਆਏ ਨੇ। ਹਾਂ,
ਫੂਲਕਾ ਸਾਹਿਬ ਇਹਨਾਂ ਨੂੰ ਉਹ ਬੜੀ ਮਾੜੀ ਘਟਨਾ ਵਾਪਰੀ 84 ਦੇ ਵਿੱਚ। ਉਹ 84 ਵਾਲੀ ਤੋਂ ਪਹਿਲਾਂ ਵੀ ਕਈ ਘਟਨਾਵਾਂ ਇਹੋ ਜਿਹੀਆਂ ਹੋਈਆਂ ਸਨ, ਕਿਉਂਕਿ ਮੈਂ ਉਸ ਏਰੀਏ 'ਚ ਰਿਹਾ। ਮੈਨੂੰ ਪੁਲਿਸ ਵੱਲੋਂ ਵੀ ਮਾੜਾ ਮੋਟਾ ਬਿਲਕੁਲ ਬਿਲਕੁਲ ਤੰਗੀਆਂ ਬਹੁਤੀਆਂ ਨਹੀਂ ਤੇ ਚੱਲੀਆਂ ਨੇ, ਤੇ ਮੁੰਡਿਆਂ ਵੱਲੋਂ ਵੀ ਜਿਹੜੇ ਸਨ, ਜੇ ਤੁਸੀਂ ਕਹੋ ਸਾਰੇ ਬੜੇ ਵਧੀਆ ਸਨ, ਉੱਥੇ ਵੀ ਉਹਨਾਂ ਵੱਲੋਂ ਮੁਸ਼ਕਲਾਂ ਆਈਆਂ। ਇੱਕ ਸਧਾਰਨ ਆਦਮੀ ਦੇ ਤੌਰ ਤੇ ਮੈਂ ਦੇਖਦਾ ਇਹ ਜਿਵੇਂ ਇਸ ਵੇਲੇ ਹਾਲਾਤ ਨੇ ਜੀ, ਉਸ ਵੇਲੇ ਆਮ ਆਦਮੀ ਉਦੋਂ ਵੀ ਪਿਸਿਆ। ਠੀਕ ਹੈ। ਜੇ ਉਦੋਂ ਪਹਿਲਾਂ ਨਕਸਲਾਈਟ ਮੂਵਮੈਂਟ ਸੀ ਉਹਦੇ 'ਚ ਵੀ ਸਧਾਰਨ ਆਦਮੀ ਪਿਸਿਆ। ਠੀਕ ਹੈ। ਜਿੰਨੀ ਦੇਰ ਤੱਕ ਨੀਅਤ ਰਾਸ ਨਹੀਂ ਹੁੰਦੀ, ਜਿੰਨੀ ਦੇਰ ਤੱਕ ਅਸੀਂ ਆਪਣੇ ਆਪ 'ਚ ਗੱਲ ਨਹੀਂ ਕਰਦੇ। ਹੁਣ ਵੇਖੋ ਮੈਂ ਤੁਹਾਨੂੰ ਇੱਕ ਮਿਸਾਲ ਦਿੰਦਾ, ਜੇ ਸਨ 47 'ਚ ਸਾਨੂੰ ਆਜ਼ਾਦੀ ਮਿਲੀ ਹੈ, ਮਤਲਬ ਇੰਡੀਵਿਜੂਅਲ ਰਿਸਪੌਂਸਿਬਿਲਿਟੀ, ਨਾਟ ਇੰਡੀਵਿਜੂਅਲ ਫਿਰ ਖਤਰਨਾਕ ਹੈ, ਕਲੈਕਟਿਵ ਸੰਗਤ। ਠੀਕ ਹੈ। ਕਲੈਕਟਿਵ ਤੋਂ ਬਿਨਾਂ ਗੁਜ਼ਾਰਾ ਹੀ ਨਹੀਂ। ਠੀਕ ਹੈ। ਜਦੋਂ ਲੋਕਾਂ ਦੇ ਮਨ ਵਿੱਚ ਗੱਲ ਆ ਜਾਏ ਵੀ ਅਸੀਂ ਇਹ ਕੋਈ ਕਰਨਾ ਹੈ, ਹਾਂ, ਮਨ ਚੋਂ ਅੱਜ ਆਇਆ ਹੋਇਆ, ਪਰ ਹੁੰਦਾ ਕੀ ਹੈ, ਨਸ਼ੇ ਇਹਨੇ ਸੁੱਟ ਦਿੰਦੇ ਨੇ। ਹੋਰ ਛੱਡ ਦਿਓ ਜਿਹਨੂੰ ਅਸੀਂ ਧਰਮ ਕਹਿੰਦੇ ਆ, ਧਰਮ ਦੇ ਨਸ਼ੇ ਬੜੇ ਹੋ ਗਏ ਨੇ। ਹੋਰ ਤਾਂ ਕੋਈ ਕਹਿਣਗੇ ਕਿਸੇ ਚੀਜ਼ ਦੇ ਵਿੱਚ, ਉਹ ਇਸ ਸੰਸਾਰ ਦੀ ਗੱਲ ਘੱਟ ਕਰਨੀ ਹੈ, ਅਗਲੇ ਸੰਸਾਰ ਦੀ ਗੱਲ ਵੱਧ ਕਰਨੀ ਹੈ। ਸਾਡੇ ਕੋਲ ਬਹੁਤਾ ਮੈਂ ਜੋ ਇਸ ਵੇਲੇ ਸਾਨੂੰ ਮੁਸ਼ਕਲ ਆ ਰਹੀ ਹੈ ਉੱਥੇ ਜੋ ਗੱਲ ਕਰਦੇ ਹੋ ਕਿ ਸਾਡੇ ਨਾਲ ਦੇ ਬੰਦੇ ਜਿਹੜੇ ਨਾ ਆਂਦੇ ਨਹੀਂ ਹੈ ਤੁਸੀਂ ਚੰਗੇ ਹੋ, ਉਹ ਕੋਈ ਨਾ ਕੋਈ ਕਿਸੇ ਨਾ ਕਿਸੇ ਮਤਲਬ ਡੇਰੇ ਦੇ ਨਾਲ ਜੁੜ ਜਾਂਦੇ ਨੇ। ਉਹ ਜਦੋਂ ਡੇਰੇ ਨਾਲ ਜੁੜਦੇ ਨੇ ਉਹਨਾਂ ਦਾ ਆਪਣਾ ਸਿਸਟਮ ਹੈ। ਅੱਜ ਤਿੰਨਾਂ ਆਦਮੀਆਂ ਦਾ ਭਾਵੇਂ ਗੱਲ, ਮੇਰਾ ਆਪਣਾ ਐਨਾਲਿਸਿਸ ਇਹ ਹੈ ਕਿ ਉੱਥੇ 3 ਆਦਮੀ ਇਕੱਠੇ ਹੋ ਗਏ ਨੇ। ਠੀਕ ਹੈ। ਇੱਕ ਤੇ ਸਿਆਸਤਦਾਨ, ਤੇ ਸਿਆਸਤਦਾਨਾਂ ਵਿੱਚ ਹੀ ਮੈਂ ਸਰਕਾਰੀ ਅਫਸਰ ਸ਼ਾਮਲ ਕਰ ਰਹੀ ਹਾਂ। ਠੀਕ ਹੈ। ਉਹ ਉਸੇ ਉਹ ਇੱਕ ਹੈ, ਬਿਊਰੋਕ੍ਰੇਸੀ ਪੋਲੀਟੀਸ਼ੀਅਨਸ ਇੱਕੋ ਹੀ ਗਰੁੱਪ 'ਚ ਇੱਕ ਹੋ ਗਿਆ। ਦੂਜਾ ਗਰੁੱਪ ਇਹਨਾਂ ਨਾਲ ਜੁੜਵਾ ਹੀ ਹੈ, ਮੂੰਹ ਜਿਵੇਂ 3 ਸ਼ੇਰਾਂ ਦੀ ਮੂਰਤੀ ਹੈ, ਨਾਲ ਹੈ ਸਰਮਾਏਦਾਰ। ਠੀਕ ਹੈ। ਤੇ ਤੀਜੇ ਨੇ ਉੱਥੇ ਬਾਬੇ। ਠੀਕ ਹੈ। ਬਾਬਿਆਂ ਨੂੰ ਜਿੱਥੇ ਵਜ਼ੀਰ ਚਲੇ ਜਾਣ, ਜਿਸ ਬਾਬੇ ਦੇ ਡੇਰੇ ਤੇ ਉਹ 9 ਬਰ-9 ਹੋ ਜਾਂਦਾ। ਲੋਕੀ ਭੱਜ ਕੰਮਾਂ ਕਰਾਉਣ ਵਾਸਤੇ ਪਹੁੰਚ ਜਾਂਦੇ ਨੇ। ਸਰਮਾਏਦਾਰ ਉੱਥੇ ਪੈਸਾ ਦਿੰਦਾ, ਸਰਮਾਏਦਾਰ ਨੂੰ ਉੱਥੋਂ ਬਾਬੇ ਦੇ ਡੇਰੇ ਤੋਂ ਮਿਲ ਜਾਂਦਾ ਦਾਨੀ ਬੜਾ, ਬਾਬੇ ਨੂੰ ਉੱਥੋਂ ਵੋਟਾਂ ਮਿਲ ਜਾਂਦੀਆਂ ਨੇ, ਲੀਡਰ ਨੂੰ ਉੱਥੋਂ ਵੋਟਾਂ ਮਿਲ ਜਾਂਦੀਆਂ ਨੇ। ਸਰਮਾਏਦਾਰ ਨੇ ਜਦੋਂ ਪੈਸੇ ਦੇਣੇ ਨੇ ਬਾਬੇ ਨੂੰ ਵੀ ਤੇ ਲੀਡਰ ਨੂੰ ਵੀ, ਉੱਥੋਂ ਉਹਨੇ ਆਪਣੇ ਮੁਤਾਬਕ ਨੀਤੀਆਂ ਬਣਾਉਣੀਆਂ ਨੇ, ਉਹਨਾਂ ਵਪਾਰ ਕਰਨਾ, ਉਹਨਾਂ ਸਰਕਾਰ ਦੀ ਨੀਤੀਆਂ ਉਹ ਚਲਾਉਣੀਆਂ ਨੇ ਜਿਹੜੀਆਂ ਆਪਣੇ ਹੱਕ 'ਚ ਹੋਣ। ਸੋ ਇਹਨਾਂ ਤਿੰਨਾਂ ਦਾ ਜਿਹੜਾ ਮਿਲਗੋਬਾ ਹੈ ਪੰਜਾਬ 'ਚ ਵੀ ਹੈ ਤੇ ਇੰਡੀਆ 'ਚ ਵੀ ਹੈ, ਜਿਹੜਾ ਕਿ ਸਾਫ਼ ਦਿਖਾਈ ਦਿੰਦਾ ਹੈ। ਤੇ ਜਿੰਨੀ ਦੇਰ ਤੱਕ ਮੈਨੂੰ ਦਿਖਾਈ ਦੇਣਗੇ, ਮੈਨੂੰ ਤਾਂ ਕਹਿਣਗੇ ਜੀ ਇਹ ਪਾਗਲ ਹੈ, ਇਹਨੂੰ ਸਮਝ ਨਹੀਂ ਆਉਂਦਾ। ਜਿੰਨੀ ਦੇਰ ਤੱਕ ਆਮ ਆਦਮੀ ਦੀ ਸਮਝ ਨਹੀਂ ਹੋਏਗੀ ਬਣੇਗੀ, ਜਿਵੇਂ ਹੁਣ ਤੁਸੀਂ ਬਾਰ-ਬਾਰ ਕਹੀ ਜਾਂਦੇ ਹੋ, ਮੈਨੂੰ ਪੁੱਛਦੇ ਪਏ ਹੋ ਵੀ ਪੈਸਾ ਤੇ ਖਰਚ ਹੁੰਦਾ ਹੈ। ਦੇਖੋ ਕਮਲਪ੍ਰੀਤ ਜੀ, ਰੋਟੀ ਖਾਈਏ ਨਾ ਤੇ ਰੋਟੀ ਖਾਣ ਲਈ ਵੀ ਖੇਚਲ ਕਰਨੀ ਪੈਂਦੀ ਹੈ। ਬਿਲਕੁਲ ਬਿਲਕੁਲ। ਜੇ ਸੰਗਤ ਦਾ ਜਿੱਥੇ ਜ਼ੋਰ ਪੈ ਜਾਂਦਾ, ਜਿਸ ਥਾਂ ਦੇ ਉੱਤੇ ਸੰਗਤ ਦਾ ਅਸਰ ਪੈਂਦਾ ਹੈ, ਲੋਕਾਂ ਦਾ ਅਸਰ ਪੈਂਦਾ ਹੈ, ਉਹ ਇੱਕ ਕਦਮ ਚੀਜ਼ ਆ ਜਾਂਦੀ ਹੈ। ਤੇ ਲੜਾਈ ਲੱਗੀ ਹੋਈ ਹੈ ਇਸ ਵੇਲੇ। ਜਿਹੜਾ ਇਹ ਕੰਮ ਹੋਇਆ, ਜੇ ਤੁਸੀਂ ਮੈਂ ਇਹ ਕਹਿ ਦਿਆਂ ਕਿ ਕੁਛ ਨਹੀਂ ਉੱਥੇ ਹੋਣਾ, ਇਹੋ ਜਿਹੀ ਗੱਲ ਕੋਈ ਨਹੀਂ। ਜਿਹੜੇ ਲੋਕਾਂ ਨੂੰ ਇਹ ਕਹਿਣਾ ਕਿ ਨਸ਼ੇ ਨਹੀਂ ਹੋਣੇ ਚਾਹੀਦੇ, ਮੈਂ ਤੁਹਾਨੂੰ ਇੱਕ, ਕਿਉਂਕਿ ਕਵਿਤਾ ਵੀ ਆਪਾਂ ਸੁਣਨੀ ਹੈ, ਗੀਤ ਵੀ ਸੁਣਨਾ ਹੈ, ਇੱਕ ਦਿਲਚਸਪ ਗੱਲ ਦੱਸਦਾ। ਬਟਾਲਾ ਪੁਲਿਸ ਡਿਸਟ੍ਰਿਕਟ ਹੈ, ਉਹਦੇ 'ਚ ਕੋਈ 12-13 ਮੈਂਬਰਾਂ ਦੀ ਇਹਨਾਂ ਨੇ ਕਮੇਟੀ ਬਣਾਈ ਹੈ, ਜਿਹੜੇ ਸਮਾਜ 'ਚ ਵਿਹਲੇ ਬੰਦੇ ਮੇਰੇ ਵਾਂਗੂ ਸਮਝ ਲਓ ਜਾਂ ਸਿਆਣੇ ਬੰਦੇ ਸਮਝ ਲਓ, ਉਹ ਕਮੇਟੀਆਂ ਬਣਾਈਆਂ ਨੇ। ਇੱਕ ਵਾਰੀ ਸਾਨੂੰ ਸੱਦਾ ਪੱਤਰ ਆ ਗਿਆ ਕਿ ਆਪਾਂ ਨਾ ਨਸ਼ਿਆਂ ਵਿਰੁੱਧ ਮੁਹਿੰਮ ਚਾਲੂ ਕਰਨੀ ਹੈ। ਠੀਕ ਹੈ। ਐਸਪੀ ਹੈੱਡਕੁਆਟਰ ਸਾਨੂੰ ਹੁਣ ਤੇ ਉੱਥੇ ਹੈ ਨਹੀਂ, ਬਦਲ ਗਏ ਹੋਏ ਨੇ, ਤੇ ਬਾਕੀ ਵੀ ਬੰਦੇ ਉੱਥੇ ਪਹੁੰਚੇ, ਆਦਰ ਮਾਣ ਵੀ ਹੋਇਆ। ਤੇ ਮੇਰੇ ਵਰਗੇ ਬੰਦੇ ਨੂੰ ਜਦੋਂ ਕੋਈ ਸੱਦਾ ਤੇ ਥੋੜਾ ਜਿਹਾ ਬੰਦਾ ਸੋਚਦਾ, ਉੱਥੇ ਗੱਲਬਾਤ ਹੋਈ ਤੇ ਗੱਲਾਂ ਬਾਤਾਂ ਚੱਲੀਆਂ ਕਿ ਇੱਕ ਰੋਟਰੀ ਕਲੱਬ ਹੁੰਦੀ, ਉਹ ਪੈਸੇ ਦੇਵੇਗਾ, ਫਲਾਣਾ ਇਹ ਕੰਮ ਕਰੇਗਾ, ਡਾਕਟਰ ਇਹ ਕਰਨਗੇ, ਸਕੂਲਾਂ ਕਾਲਜਾਂ 'ਚ ਜਾ ਕੇ ਲੈਕਚਰ ਕਰਨਗੇ, ਲੈਕਚਰ ਕਰਨ ਦੀ ਜ਼ਿੰਮੇਵਾਰੀ ਮੇਰੇ ਵਰਗੇ 2-3 ਬੰਦਿਆਂ ਦੀ ਲੱਗ ਗਈ। ਠੀਕ ਹੈ। ਅਸੀਂ ਚਾਹ ਪੀਂਦੇ ਸਾਂ, ਨਾਰਮਲੀ ਅਸੀਂ ਗੱਲ ਕਰਦੇ ਹਾਂ, ਲੇਕਿਨ ਉੱਥੇ ਮੈਂ ਗੱਲ ਕੋਈ ਵਧੀਆ ਹੀ ਗੱਲ ਹੈ, ਕਿਉਂਕਿ ਮੇਰਾ ਆਪਣਾ ਮਿਸ਼ਨ ਹੈ ਵੀ ਨਸ਼ੇ ਨਹੀਂ ਹੋਣੇ ਚਾਹੀਦੇ। ਉਹ ਜਦੋਂ ਆਲਮ ਸਾਹਿਬ ਸਾਨੂੰ ਜਦੋਂ ਗੱਲ ਚੱਲੀ ਨਾ, ਤੇ ਮੈਨੂੰ ਇੱਕ ਵਿੱਚ ਬੜਾ ਜਿਹੜਾ ਬਹੁਤਾ ਲੱਕੜੀ ਸੀ, ਮੈਨੂੰ ਕਹਿੰਦਾ ਜੀ ਤੁਸੀਂ ਨਹੀਂ ਬੋਲੇ ਕੁਛ। ਮੈਂ ਕਿਹਾ ਮੈਂ ਕੀ ਬੋਲਣਾ ਦੱਸੋ। ਜਦੋਂ ਜ਼ਿਆਦਾ ਜ਼ੋਰ ਪਾਇਆ, ਮੈਂ ਕਿਹਾ ਮੇਰੀ ਇੱਕ ਛੋਟੀ ਜਿਹੀ ਬੇਨਤੀ ਹੈ, ਅਸੀਂ 13 ਬੰਦੇ ਹਾਂ, 10 ਦਿਨ ਦਾ ਪ੍ਰੋਗਰਾਮ ਹੈ, ਆਪਾਂ ਵੱਖ-ਵੱਖ ਕਾਲਜਾਂ ਜਾਣਾ, ਸਕੂਲਾਂ ਜਾਣਾ, ਇੱਥੇ ਬੈਠਿਆਂ ਸਹੁੰ ਪਾ ਲਈਏ ਕਿ ਸਾਡੇ 13 ਬੰਦਿਆਂ 'ਚੋਂ ਕੋਈ ਵੀ 13 ਦਿਨ ਸ਼ਰਾਬ, ਇਹਨੇ 10 ਦਿਨ ਸ਼ਰਾਬ ਨਹੀਂ ਪੀਏਗਾ, ਕੋਈ ਵੀ ਨਸ਼ਾ ਨਹੀਂ ਕਰੇਗਾ, ਨਾ ਕੋਈ ਡਰੱਗ ਲਏਗਾ ਤੇ ਨਾ ਕੋਈ
ਸ਼ਰਾਬ ਵੀ ਪੀਏਗਾ। ਲਓ ਜੀ, ਸਣੇ ਐਸਪੀ ਹੈਡਕੁਆਟਰ ਦੇ ਉਹ ਦੂਜੇ ਮੇਰੇ ਗਲ ਪੈ ਗਏ। ਅਸੀਂ ਡਰੱਗਸ ਬਾਰੇ ਗੱਲ ਕਰ ਰਹੇ ਹਾਂ, ਸ਼ਰਾਬ ਕੋਈ ਡਰੱਗ ਥੋੜੀ ਹੈ। ਉਹ ਮੈਂ ਕਿਹਾ ਉਹ ਮੇਰੇ ਤੇ ਆਪਣੇ, ਮੈਂ ਪਿੰਡ 'ਚ ਰਿਹਾ, ਮੇਰੇ ਆਪਣੇ ਨਾਨਕੇ ਸ਼ਰਾਬ 'ਚ ਖਤਮ ਹੋਏ। ਇਟ ਇਜ਼ ਦ ਗੇਟਵੇ ਟੂ ਡਰੱਗਸ। ਬਿਲਕੁਲ। ਜਿਹੜਾ ਬੰਦਾ ਪਹਿਲਾਂ ਸ਼ਰਾਬ ਤੋਂ ਸ਼ੁਰੂ ਹੁੰਦਾ ਤੇ ਫਿਰ ਨਸ਼ਿਆਂ ਦੀ ਦਲਦਲ 'ਚ ਜਾਂਦਾ। ਬਿਲਕੁਲ। ਪੰਜਾਬ 'ਚ ਵੀ ਅੱਜ ਕੋਈ ਸਰਪੰਚ ਆਖ ਦੇਵੇ, ਮੈਂ ਐਕਸੈਪਸ਼ਨ ਤੇ ਹੋਣਗੀਆਂ ਹੀ, ਭਈ ਮੈਂ ਜਦੋਂ ਸਰਪੰਚ ਬਣਿਆ ਮੈਂ ਪਿੰਡ 'ਚ ਸ਼ਰਾਬ ਨਹੀਂ ਵੰਡਣ ਦੇਣੀ, ਮਤਲਬ ਕੱਢਣ ਨਹੀਂ ਦੇਣੀ। ਲਓ ਜੀ, ਉਹਨੂੰ ਵੋਟਾਂ ਹੀ ਨਹੀਂ ਪੈਣੀਆਂ। ਅੱਜ ਵੋਟਾਂ ਹੀ ਉਸ ਆਦਮੀ ਨੂੰ ਜ਼ਿਆਦਾ। ਇੱਕ ਇਹ ਵੀ ਪੱਖ ਹੁੰਦਾ ਜੀ ਕਿ ਮੇਰੇ ਹੁੰਦਿਆਂ ਪਿੰਡ 'ਚ ਪੁਲਿਸ ਨਹੀਂ ਆ ਸਕਦੀ। ਜਿਸ ਆਦਮੀ ਦਾ ਪਤਾ ਹੋਵੇ ਵੀ ਇਸ ਤਰ੍ਹਾਂ ਦਾ ਬੰਦਾ ਹੈ, ਉਹਦੇ ਮਗਰ ਵੋਟਾਂ ਜ਼ਿਆਦਾ ਹੋ ਜਾਂਦੀਆਂ। ਅੱਜ ਪੋਜੀਸ਼ਨ ਜਿਹੜੀ ਸਾਡੀ ਟੋਟਲ ਹੈ, ਬਾਹਰ ਗੱਲਾਂ ਹੋਰ ਨੇ। ਬਿਲਕੁਲ। ਜਿੰਨੀ ਦੇਰ ਤੱਕ ਅਸੀਂ ਬਿਟਵੀਨ ਦੀ ਲਾਈਨਸ ਨਹੀਂ ਪੜ੍ਹਦੇ, ਤੇ ਬਿਟਵੀਨ ਦੀ ਲਾਈਨਸ ਮੈਂ ਪੜਾਂਗਾ, ਘਰ ਹੀ ਗੱਲ ਕਰਾਂਗਾ। ਹੁਣ ਮੇਰੇ ਵਾਸਤੇ ਹੈ, ਮੈਂ ਜਾਣਾ ਹੈ, ਜੇ ਤੁਸੀਂ ਆਖੋ ਵੀ ਜਾ ਕੇ ਉੱਥੇ ਮੈਂ ਕੋਈ ਬੜਾ ਵੱਡਾ ਰੋਲ ਨਿਭਾਉਣਾ ਹੈ, ਮੈਂ ਆਪਣੀ ਵੋਟ ਪਾਉਣੀ ਹੈ। ਬਿਲਕੁਲ। ਜਿੰਨੀ ਦੇਰ ਤੱਕ ਮੈਨੂੰ ਕੋਈ ਨਾ ਕਹੇ ਵੀ ਕਿੱਧਰ ਵੋਟ ਪਾਉਣੀ ਹੈ, ਕਿਉਂ ਮੈਂ ਮਹਿਸੂਸ ਕਰਦਾ ਹਰ ਬੰਦਾ ਸਿਆਣਾ ਹੈ। ਜਦੋਂ ਮੈਂ ਉਹਨੂੰ ਕਹਿਣਾ ਫਲਾਣੇ ਪਾਸੇ ਵੋਟਾਂ ਪਾ, ਫਲਾਣੇ ਪਾਸੇ, ਲੋਕੀ ਤੇ ਆਪਣੇ ਨਿੱਜੀ ਹਿੱਤਾਂ ਨਾਲ ਜੁੜੇ ਹੋਏ ਨੇ। ਆ ਜਿਹੜੇ ਉੱਥੇ ਇੱਕ ਦੌਰ ਚੱਲਿਆ, ਅਕਾਲੀ ਦਲ 'ਚ ਸ਼ਾਮਲ, ਅਕਾਲੀ ਦਲ 'ਚ ਸ਼ਾਮਲ, ਅਕਾਲੀ ਦਲ 'ਚ ਸ਼ਾਮਲ, ਅਕਾਲੀ ਦਲ 'ਚ ਸ਼ਾਮਲ। ਜੇ ਕੱਲ ਨੂੰ ਕਾਂਗਰਸ ਦਾ ਆਏ ਅੱਜ ਤੋਂ 10 ਸਾਲਾਂ ਬਾਅਦ ਜਾਂ 5 ਸਾਲਾਂ ਬਾਅਦ, ਫਿਰ ਕਾਂਗਰਸ 'ਚ ਸ਼ਾਮਲ, ਲੋਕੀ ਤਾਂ ਲਾਲਚੀ ਹੋ ਗਏ ਨੇ। ਮਨਪ੍ਰੀਤ ਬਾਦਲ ਦਾ ਕਾਂਗਰਸ ਦੇ ਵਿੱਚ ਸ਼ਾਮਲ ਹੋਣਾ ਤੇ ਬਠਿੰਡੇ ਹਲਕੇ ਤੋਂ ਖੜਾ ਹੋਣਾ, ਇਸ ਨੂੰ ਤੁਸੀਂ ਕਿਵੇਂ ਦੇਖਦੇ ਹੋ? ਦੇਖੋ, ਮਨਪ੍ਰੀਤ ਨੇ ਗੱਲਾਂ ਤਾਂ ਬਹੁਤ ਵਧੀਆ ਕੀਤੀਆਂ ਸਨ। ਉਹਦੀ ਲਾਲਚ 'ਚ ਬੰਦੇ ਬੜੇ ਆ ਗਏ ਸਨ, ਲੇਕਿਨ ਫਿਰ ਉੱਥੇ ਹੀ ਆ ਜਾਂਦਾ ਹੈ, ਕਹਿਣਾ ਤੇ ਕਰਨ ਵਿੱਚ ਬੜਾ ਫਰਕ ਹੁੰਦਾ। ਉਹ ਚਾਹਵੇ ਵੀ, ਮੈਂ ਚਾਹਾਂ ਵੀ, ਜਿੰਨੀ ਦੇਰ ਤੱਕ ਮੇਰੇ ਮਗਰ ਬੰਦੇ ਨਹੀਂ, ਬਹੁਤੇ ਬੰਦੇ ਜਿਹੜੇ ਨੇ ਆਉਂਦੇ ਨੇ, ਉਹ ਆਉਂਦੇ ਨੇ ਮੈਨੂੰ ਇਹਦੇ 'ਚ ਕੀ ਫਾਇਦਾ ਹੋਏਗਾ। ਮਨਪ੍ਰੀਤ ਦਾ ਹਾਲਾਤ ਵੀ ਇਹ ਨੇ, ਮਨਪ੍ਰੀਤ ਬੇਸਿਕਲੀ ਸਿਆਣਾ ਬੰਦਾ, ਇੰਟੈਲੀਜੈਂਟ ਹੈ, ਪਰ ਗੱਲ ਇੰਟੈਲੀਜੈਂਟ ਅਕੈਡਮਿਕਲੀ, ਬਿਕਾਜ਼ ਪੋਲੀਟੀਕਲੀ ਨਹੀਂ, ਬੇਸਿਕਲੀ ਵੀ ਜਿੰਨਾ ਮੈਨੂੰ, ਮੈਂ ਤੇ ਆਪ ਮਿਲਿਆ ਨਹੀਂ। ਜੇ ਤੁਸੀਂ ਆਖੋ ਮਿਲਿਆ ਹੋਵੇ ਜਾਂ ਕਿਸ ਤਰ੍ਹਾਂ ਕੀਤਾ, ਮੈਂ ਜਦੋਂ ਇਹਨਾਂ ਨੇ ਉੱਥੇ ਰੈਲੀ ਕੀਤੀ ਖੜਕੜਾ, ਕੁਦਰਤੀ ਤੌਰ ਤੇ ਮੈਂ ਉਸ ਦਿਨ ਗਿਆ ਸਾਂ। ਠੀਕ ਹੈ, ਜਾਣਾ ਮੈਂ ਕਿਸੇ ਇਸ ਵਾਸਤੇ ਨਹੀਂ ਕਿ ਉਹਨਾਂ ਦੀ ਰੈਲੀ ਹੈ, ਕੋਈ ਮੇਰੇ ਮਤਲਬ ਆਈ ਹੈਪਨ ਟੂ ਬੀ ਦੇਅਰ। ਠੀਕ, ਮੇਰਾ ਖਿਆਲ ਹੈ ਮੈਂ ਉੱਥੇ ਆਪਣੇ ਆਪ ਇਨਵੈਸਟੀਗੇਟ ਕੀਤਾ ਸੀ, ਪੁਲਿਸ ਵਾਲਿਆਂ ਕੋਲ ਪੁੱਛਿਆ ਸੀ, ਉਹ ਕਹਿੰਦੇ ਨੇ ਕਿ ਜਿੰਨੀ ਮਨਪ੍ਰੀਤ ਦੀ ਰੈਲੀ ਹੋਈ ਹੈ ਉਦੋਂ ਦੀ ਗੱਲ ਹੈ, ਉਨੀ ਕਾਂਗਰਸ ਤੇ ਅਕਾਲੀਆਂ ਦੀ ਮਿਲਾ ਕੇ ਵੀ ਨਹੀਂ ਸੀ। ਪਰ ਇਹ ਗੱਲਾਂ ਹੁਣ ਤੁਸੀਂ, ਮੈਂ ਤੁਹਾਡੇ ਕੋਲ ਗੱਲਾਂ ਕਰ, ਤੇ ਮੇਰੀਆਂ ਗੱਲਾਂ ਨਾਲ ਵੋਟਾਂ ਥੋੜੀਆਂ ਮਿਲਦੀਆਂ ਨੇ। ਨਹੀਂ, ਪਰ ਜਿਸ ਤਰ੍ਹਾਂ ਉਹ ਟਾਈਮ ਸੀ ਜਦੋਂ ਛੱਡ ਕੇ ਆਇਆ, ਰੈਲੀਆਂ ਹੋਈਆਂ, ਭਰੀਆਂ, ਫਿਜ਼ਲ ਆਊਟ ਹੋ ਗਈਆਂ। ਹੁਣ ਇਟ ਇਜ਼ ਕਮ ਟੂ ਦੀ ਪੁਆਇੰਟ ਕਿ ਹੁਣ ਉਹ ਕਹਿ ਰਿਹਾ ਕਿ ਉਹ ਪੰਜੇ ਦੇ ਨਿਸ਼ਾਨ ਤੇ ਵੋਟ ਲੜੇਗਾ ਜੀ। ਉਹਨੂੰ ਤੁਸੀਂ ਕਿਵੇਂ ਦੇਖਦੇ ਹੋ? ਦੇਖੋ, ਮਨਪ੍ਰੀਤ ਦਾ ਬੇਸਿਕ ਪੋਲੀਟੀਕਲ ਸੁਸਾਈਡ ਐਟ ਔਨ ਹਿਸ ਰਿਕਾਰਡ ਕਿ ਉਹਨੇ ਅਕਾਲੀ ਛੱਡ ਕੇ ਗੱਲ ਇਹ ਹੈ, ਜਿਹੜਾ ਬੰਦਾ ਗਰੁੱਪ ਹੀ ਛੱਡ ਗਿਆ, ਆਪਦਾ ਜਿਹੜਾ ਪੈਰ ਹੀ ਛੱਡ ਗਿਆ, ਉਹਨੂੰ ਦੇਖਣਾ ਕੀ? ਗੱਲ ਪਤਾ ਕੀ ਉਹਦੇ ਬਾਰੇ ਕਿਉਂ, ਜਿਵੇਂ ਹੁਣ ਕਹਿੰਦੇ ਦਲ ਬਦਲੂ ਦੇ ਉੱਤੇ ਬੈਨ ਲਾਓ, ਤਾਂ ਬੈਨ ਕੀ ਲੱਗਣਾ, ਦਲ ਤਾਂ ਬਦਲਦੇ ਰਹਿਣੇ ਆ, ਪਰ ਜਿਹੜਾ ਬੰਦਾ ਦਲ ਬਦਲਦਾ ਉਹਦੇ ਬਾਰੇ ਤਾਂ ਤੁਹਾਨੂੰ ਕੋਈ, ਉਹਨੂੰ ਤਾਂ ਛੱਡ ਦੇਣੇ ਚਾਹੀਦੇ ਬਿਲਕੁਲ। ਕਿਉਂਕਿ ਜਦ ਪਹਿਲੇ ਉਹਨਾਂ ਨਾਲ ਗੱਲਬਾਤ ਹੋਈ ਸੀ, ਉਹ ਕਹਿੰਦੇ ਸੀਗੇ ਕਿ ਕਾਂਗਰਸ 'ਚ ਤਾਂ ਅਸੀਂ ਕਦੇ ਸ਼ਾਮਲ ਹੋ ਹੀ ਨਹੀਂ ਸਕਦੇ, ਥਰਡ ਫਰੰਟ ਕੁਝ ਕਰਾਂਗੇ। ਬਟ ਦੈਨ ਹੁਣ ਉਹ ਇੰਨੀ, ਉਹਨਾਂ ਦੀ ਕੰਬੀਨੇਸ਼ਨ ਇੰਨੀ ਅਪੋਰਚੁਨਿਸਟ ਲੱਗਦੀ ਹੈ ਤੇ ਉਹਨਾਂ ਦੀ ਪਲੇਸਮੈਂਟ ਇੰਨੀ ਅਪੋਰਚੁਨਿਸਟ ਲੱਗਦੀ ਹੈ। ਦੋ ਵਰਡ ਨੇ ਉੱਥੇ ਬੜੇ ਆ, ਪੋਲੀਟੀਸ਼ੀਅਨ ਸ਼ਾਮ। ਜੇ ਆਪਣੀ ਪਾਰਟੀ 'ਚੋਂ ਬਾਹਰ ਜਾਣਾ ਤੇ ਫਿਰ ਉਹਨਾਂ ਦੀ ਵਰਡਿੰਗ ਪਤਾ ਕੀ ਹੈ, ਮੇਰਾ ਇੱਥੇ ਦਮ ਘੁੱਟ ਰਿਹਾ। ਠੀਕ ਹੈ। ਤੇ ਜੇ ਵਾਪਸ ਆ ਜਾਣਾ, ਮੈਂ ਆਪਣੇ ਘਰ ਮੁੜ ਆਇਆ। ਸੋ ਇਹ ਬੋਲੀ ਉਹਨਾਂ ਦੀ, ਕੌਣ ਤੁਸੀਂ ਕਹੋ ਇਸੇ ਤਰ੍ਹਾਂ ਆਪਣੇ ਆਪ 'ਚ ਕਹਿਣਾ ਹੋਰ। ਮੰਨ ਲਓ ਹੁਣ ਮੈਂ ਸਪੋਜ਼ ਕਰੋ ਤੁਸੀਂ ਮੈਨੂੰ ਆਖੀ ਜਾਓ, ਤੁਹਾਡਾ ਨਟ ਸ਼ੈਲ ਮੈਂ ਹੁਣ ਸੁਣਾਉਣ ਲੱਗਿਆ, 5 ਮਿੰਟ ਵਿਚਾਰ ਕਰ। ਨਟ ਸ਼ੈਲ 'ਚ ਵੀ ਡਾਕਟਰ ਸਾਹਿਬ 2 ਮਿੰਟ ਚਾਹਨੇ ਤੁਹਾਡੇ ਕੋਲ ਇੱਕ ਚੀਜ਼, ਕਿ ਹੁਣ ਤੁਸੀਂ ਜਿਹੜੇ ਲੋਕ ਜਿੱਥੇ ਫੀਲਡ ਕੀਤੇ ਗਏ ਨੇ, ਉਹਦੇ ਹਿਸਾਬ ਨਾਲ ਤੁਹਾਡੀ ਅੰਡਰਸਟੈਂਡਿੰਗ ਵਿੱਚ ਕਿਹਨੂੰ ਤੁਸੀਂ ਸੋਚਦੇ ਹੋ ਕਿ ਇਲੈਕਸ਼ਨਸ ਪੰਜਾਬ ਵਿੱਚ ਕਿੱਧਰ ਜਾਣਗੀਆਂ? ਹੂ ਇਜ਼ ਗੋਇੰਗ ਟੂ ਬੀ ਲਾਈਕ ਮੇਨ, ਕਿਹੜੇ ਲੋਕ ਹੈਗੇ ਨੇ? ਮੇਰਾ ਖਿਆਲ ਹੈ ਵੀ ਜਿਹੜੀ ਇਸ ਵੇਲੇ ਕਾਂਗਰਸ ਵਾਲੇ ਨੇ ਨਾ, ਉਹਨਾਂ ਨੇ ਇਹਨੂੰ ਲਾਈਫ ਐਂਡ ਡੈਥ ਕੁਐਸਚਨ ਬਣਾ ਲਿਆ। ਜੇ ਰੂਟੀਨ 'ਚ ਹੋਵੇ, ਪ੍ਰਤਾਪ ਸਿੰਘ ਬਾਜਵਾ ਮੇਰੇ ਬਿਲਕੁਲ ਉੱਥੋਂ ਲਾਗੂ ਹੀ ਨੇ, ਚੰਗੇ ਨੇ ਜਿਵੇਂ ਵੀ ਹੈ। ਇਹ ਆਪੋ 'ਚ ਵੀ, ਇਹ ਨਹੀਂ ਸਿਰਫ ਕਾਂਗਰਸ 'ਚ ਹੀ ਆਪੋ 'ਚ ਲੜਦੇ ਨੇ,
ਨਹੀਂ ਨਹੀਂ ਸਾਰੇ ਪਾਰਟ ਸਾਰੇ ਉਹ ਗੱਲ ਤਾਂ ਇੱਕੋ ਹੀ ਹੈ। ਮੈਂ ਜੇ ਹੁਣ ਗੱਲ ਕਹਾਂ ਤੇ ਗੱਲ ਛੋਟੀ ਹੈ ਤੇ ਨਹੀਂ ਜਸਟ ਟੂ ਰੈਪ ਅਪ ਕਿ ਮੇਨ ਵਿਨਰਸ ਗੇਨਰਸ ਤੁਸੀਂ ਕੌਣ ਸੋਚ ਜਿਹੜੇ ਫਾਈਟ ਹੈ ਉਹ ਇੰਟਰਸਟਿੰਗ ਹੋਈ ਹੈ। ਪਹਿਲਾਂ ਕਾਫੀ ਤਕੜੀ ਫਾਈਟ ਨੋ ਫਾਈਟ ਲੱਗਦੀ ਸੀ ਕਿਉਂਕਿ ਲੋਕਾਂ ਦੇ ਕੋਲ ਕੋਈ ਬਦਲ ਹੀ ਨਹੀਂ ਸੀ। ਜੇ ਮੈਂ ਸਿੱਧਾ ਸਵਾਲ ਪੁੱਛਾਂ ਕਿ ਅੰਮ੍ਰਿਤਸਰ ਚੋਂ ਜੇਟਲੀ ਦੇ ਚਾਂਸਸ ਜ਼ਿਆਦਾ ਦੇਖਦੇ ਹੋ, ਕੈਪਟਨ ਅਮਰਿੰਦਰ ਸਿੰਘ ਦੇ ਦੇਖਦੇ ਹੋ, ਰੱਬੀ ਸ਼ੇਰਗਿੱਲ ਦੇ ਦੇਖਦੇ ਹੋ? ਕਿਉਂਕਿ ਤੁਸੀਂ ਉਹਨੂੰ ਰੱਬੀ ਸ਼ੇਰਗਿੱਲ ਦਾ ਚਲੋ ਮੈਂ ਨਾਂ ਤੁਹਾਡੇ ਕੋਲ ਹੁਣ ਸੁਣ ਲਿਆ, ਦੇਤੀ ਇਹਨਾਂ ਨੂੰ ਟਿਕਟ ਹਾਂਜੀ ਆ ਗਈ ਹੈ ਅੰਮ੍ਰਿਤਸਰ ਤੋਂ ਆਪ ਵੱਲੋਂ ਹਾਂਜੀ ਨਹੀਂ ਆਮ ਆਦਮੀ ਪਾਰਟੀ ਸਵੇਰ ਤੱਕ ਕੱਲ ਤੱਕ ਤੇ ਨਹੀਂ ਸੀ ਕਿਤੇ ਵੀ ਨਾ ਆਇਆ ਨਹੀਂ ਪਰ ਉਹ ਕਹਿ ਰਹੇ ਕਿ ਅੰਮ੍ਰਿਤਸਰ ਦੀ ਉਹਨਾਂ ਨੂੰ ਦੇਣੀ ਹੈ ਕਿਉਂਕਿ ਗੱਲ ਤੇ ਸੁਣਦੇ ਪਏ ਸਾਂ ਜੀ। ਕਿਉਂਕਿ ਅਜੇ ਤੱਕ ਤੇ ਅਸੀਂ ਉਹੀ ਸੁਣਦੇ ਸਾਂ ਵੀ ਨਾ ਇਹਨਾਂ ਨੇ ਗੁਰਦਾਸਪੁਰ ਤੋਂ ਹੀ ਭਾਜਪਾ ਨੇ ਅਜੇ ਕੋਈ ਪੱਤੇ ਖੋਲੇ ਨੇ। ਹਾਂਜੀ ਇੱਕ ਗੁਰਦਾਸਪੁਰ ਦੀ ਮੈਂ ਤਾਂ ਅੰਮ੍ਰਿਤਸਰ ਦੀ ਤੇ ਮੈਂ ਤੁਹਾਨੂੰ ਗੁਰਦਾਸਪੁਰ ਦੀ ਜ਼ਰੂਰ ਗੱਲ ਹੈ ਵੀ ਉੱਥੇ ਸੁੱਚਾ ਸਿੰਘ ਛੋਟੇਪੁਰ ਜਿਹੜਾ ਨਿਕਲਿਆ ਆਮ ਆਦਮੀ ਪਾਰਟੀ ਤੋਂ, ਆਮ ਆਦਮੀ ਪਾਰਟੀ ਨਹੀਂ ਪਹਿਲਾਂ ਉਹ ਅਕਾਲੀਆਂ ਸੀ ਕਾਂਗਰਸ ਜਥੇ ਨਾ ਇਸ ਪੱਖ ਜੀ ਜਦੋਂ ਭੁਲੇਖੇ ਚ ਪੈਂਦੇ ਆ ਕਈ ਬੰਦੇ ਉਸ ਇਹ ਜਥੇਦਾਰ ਮੋਹਨ ਸਿੰਘ ਤੋੜ ਦਾ ਜਵਾਈ ਹੈ ਤੇ ਜਥੇਦਾਰ ਮੋਹਨ ਸਿੰਘ ਤੋੜ ਉਹ ਸੀ ਜਿਹੜਾ ਪੰਜਾਬੀ ਸੂਬੇ ਵੇਲੇ ਅੰਦਰੋਂ ਵੀ ਕੈਰੋਂ ਤੋਂ 36 ਵੋਟਾਂ ਤੋਂ ਬਦੋਬਦੀ ਹਰਾਇਆ ਸੀ ਉਹਨਾਂ। ਇਹ ਜਿਹੜੇ ਪੁਰਾਣੇ ਅਕਾਲੀ ਸਨ, ਪੁਰਾਣੇ ਕਾਂਗਰਸੀ ਸਨ, ਅੱਜ ਦੇ ਜਿਹੜੇ ਬੰਦੇ ਨੇ ਉਹਨਾਂ ਦੇ ਪੈਰਾਂ ਵਰਗੇ ਵੀ ਨਹੀਂ ਜੀ। ਉਹ ਬੰਦੇ ਬਹੁਤ ਇਹ ਸੁੱਚਾ ਸਿੰਘ ਛੋਟੇਪੁਰ ਵੀ ਉਸੇ ਲੜੀ ਚ ਆਉਂਦਾ ਜੀ ਉਹਦਾ ਆਪਣਾ ਜਿਹੜਾ ਸਾਲਾ ਅੱਜ ਜਾਣੀ ਟੱਕਰ ਸਿਰੇ ਦੀ ਹੈ ਦੋਨਾਂ ਦੀ। ਐਤਕਾਂ ਹੁਣ ਜਿਹੜੀ ਇਹ ਟੱਕਰ ਬਣ ਗਈ ਹੈ ਹੌਲੀ ਹੌਲੀ। ਸੋ ਟੱਕਰ ਦੀ ਗੱਲ ਕਰ ਰਹੇ ਪਰ ਵਿਨਰਸ ਆਈਡੈਂਟੀਫਾਈ ਨਹੀਂ ਕਰ ਰਹੇ ਨਹੀਂ ਕਰ ਸਕਦੇ ਕਿਉਂਕਿ ਮੁਕਾਬਲਾ ਬੜਾ ਕੜਾ ਲਓ ਜੀ, ਹੈ। ਜੀ ਇਹਦੀ ਗੱਲ ਹੋਵੇ ਤੇ ਮੈਂ ਜੋਤਸ਼ੀ ਬਣ ਕੇ ਉਹ ਪੈਸੇ ਨਾ ਗਿੱਲ ਸਾਹਿਬ ਲਓ ਜੀ ਮੇਰਾ ਜਿਹੜਾ ਤੁਹਾਡੇ ਵਾਲੇ ਸਾਰੇ ਹਾਲਾਤ ਵੀ ਇਹਦੇ ਹੁਣ ਇਹ ਵਿੱਚ ਸਿਰੇ ਤੇ ਗੰਢ ਦੇਣ ਜਾ ਮੇਰਾ ਆਪਣਾ ਨਜ਼ਰੀਆ ਜਿਹੜਾ ਕੀ ਇਹੋ ਗੁਰੂਆਂ ਪੀਰਾਂ ਦਾ ਕੀ ਇਹੋ ਗੁਰੂਆਂ ਪੀਰਾਂ ਦਾ ਰੂਹਾਨੀ ਹਿੰਦੁਸਤਾਨ ਹਾਂ ਜਿੱਥੇ ਖੁਦ ਗਰਜ਼ ਨੇ ਰਹਿਬਰ ਚੋਰ ਅਤੇ ਬੇਈਮਾਨ ਚੋਰ ਤੇ ਬਈ ਹਾਂਜੀ ਜਿੱਥੇ ਖੁਦ ਗਰਜ਼ ਨੇ ਰਹਿਬਰ ਚੋਰ ਤੇ ਬੇਈਮਾਨ ਕੀ ਇਹੋ ਗੁਰੂਆਂ ਪੀਰਾਂ ਦਾ ਰੂਹਾਨੀ ਹਿੰਦੁਸਤਾਨ 67 ਸਾਲਾਂ ਤੋਂ ਦੇਸ਼ ਦੇ ਰਾਖੇ ਹੋਏ ਭ੍ਰਿਸ਼ਟਾਚਾਰੀ 67 ਸਾਲਾਂ ਤੋਂ ਦੇਸ਼ ਦੇ ਰਾਖੇ ਹੋਏ ਭ੍ਰਿਸ਼ਟਾਚਾਰੀ ਰੋਜ਼ ਦਿਹਾੜੇ ਗਵਰਨੇ ਹੁੰਦੇ ਅੰਤਾਂ ਦੀ ਖੁਆਰੀ ਕਿਤੇ ਪਿਓ ਪੁੱਤਰ ਕਿਤੇ ਮਾਂ ਬੇਟਾ ਰਲ ਕੇ ਦੇਸ਼ ਨੂੰ ਖਾਣ ਬਿਲਕੁਲ ਠੀਕ ਹੈ ਕਿਤੇ ਪਿਓ ਪੁੱਤਰ ਕਿਤੇ ਮਾਂ ਬੇਟਾ ਰਲ ਕੇ ਦੇਸ਼ ਨੂੰ ਖਾਣ ਕੀ ਇਹੋ ਗੁਰੂਆਂ ਪੀਰਾਂ ਦਾ ਰੂਹਾਨੀ ਹਿੰਦੁਸਤਾਨ ਜਿਸ ਧਰਤੀ ਤੇ ਲੱਖਾਂ ਹੋਏ ਰਿਸ਼ੀ ਮੁਨੀ ਪੈਗੰਬਰ ਭਗਤੀ ਸਾਰੀ ਨਿਸ਼ਫਲ ਹੋਈ ਰਹੇ ਪਖੰਡ ਅਡੰਬਰ ਗਿੱਧਾਂ ਸ਼ੀਹਾਂ ਲੰਗੂਰਾਂ ਰਲ ਕੇ ਕੀਤੀ ਮਨੁੱਖਤਾ ਲਹੂ ਲਹਾਣ ਕੀ ਇਹੋ ਗੁਰੂਆਂ ਪੀਰਾਂ ਦਾ ਰੂਹਾਨੀ ਹਿੰਦੁਸਤਾਨ ਜਿਨ੍ਹਾਂ ਦੇਸ਼ਾਂ ਵਿੱਚ ਖੁਸ਼ੀ ਸਭ ਨੇ ਭੱਜੇ ਆਉਂਦੇ ਜਿਨ੍ਹਾਂ ਦੇਸ਼ਾਂ ਵਿੱਚ ਖੁਸ਼ੀ ਸਭ ਨੇ ਭੱਜੇ ਆਉਂਦੇ ਇੱਕੋ ਸਾਂਝਾ ਪੀਰ ਉਹਨਾਂ ਦਾ ਐਤਵਾਰ ਤੇ ਆਉਂਦੇ ਬਿਲਕੁਲ ਠੀਕ ਹੈ ਇੱਕੋ ਸਾਂਝਾ ਪੀਰ ਉਹਨਾਂ ਦਾ ਐਤਵਾਰ ਤੇ ਆਉਂਦੇ ਰੱਬ ਵੀ ਰਿਸ਼ਵਤਖੋਰ ਬਣਾਇਆ ਅਸੀਂ ਰੋਜ਼ ਕਰਦੇ ਪਰੇਸ਼ਾਨ ਰੱਬ ਵੀ ਰਿਸ਼ਵਤਖੋਰ ਬਣਾਇਆ ਰੱਬ ਹੀ ਰਿਸ਼ਵਤਖੋਰ ਬਣਾਇਆ ਅਸੀਂ ਰੋਜ਼ ਕਰਦੇ ਪਰੇਸ਼ਾਨ ਰੋਜ਼ ਪਰੇਸ਼ਾਨ ਕਰਦੇ ਉਹਨੂੰ ਆਖਰੀ ਇਹਦਾ ਹੈਗਾ ਜੀ ਗੱਲਾਂ ਦੇ ਨਾਲ ਆਲਮ ਅਮਲੋਂ ਖਾਲੀ ਗੱਲਾਂ ਦੇ ਨਾਲ ਆਲਮ ਅਮਲੋਂ ਖਾਲੀ ਦਿਨੇ ਦਿਖਾਵਣ ਤਾਰੇ ਸਭ ਤੋਂ ਜ਼ਿਆਦਾ ਨਫਾ ਕਮਾਵਣ ਅੱਜ ਗੱਲਾਂ ਦੇ ਵਣਜਾਰੇ ਸਭ ਤੋਂ ਜ਼ਿਆਦਾ ਨਸ਼ਾ ਕਮਾਵਣ ਅੱਜ ਗੱਲਾਂ ਦੇ ਵਣਜਾਰੇ ਅਮਲ ਦਾ ਪੂਰਾ ਗੋਬਿੰਦ ਸੂਰਾ ਬਣ ਆਏ ਭਗਵਾਨ ਅਮਲ ਦਾ ਪੂਰਾ ਗੋਬਿੰਦ ਸੂਰਾ ਕੋਈ ਬਣ ਆਏ ਭਗਵਾਨ ਬਹੁਤ ਸੋਹਣਾ ਸੋ ਅੱਜ ਦਾ ਜੀ ਇੱਕ ਛੋਟੀ ਜੀ ਗੱਲ ਯਾਦ ਆਈ ਹੈ ਜੀ ਆਪਣੇ ਕੋਲ 30 ਜਦੋਂ ਇਹਨਾਂ ਨੇ ਗੱਲ ਕੀਤੀ ਹੈ ਇੱਕ ਤਾਂ ਇਹਨਾਂ ਦਾ ਕਿ ਕਵੀਆਂ ਉਹਨਾਂ ਸ਼ੇਰ ਕੀ ਕਹਿਣੇ ਜੋ ਸੁਖ ਰਹਿਣੇ ਚੰਮ ਸਾਹਿਤ ਰਚਨਾ ਸੂਰਮਤਾਈ ਸੂਰਮਿਆਂ ਦਾ ਕੰਮ ਮੈਂ ਸਲਾਮ ਕਰਦਾ ਸਾਰੀ ਗੱਲ ਉਹਨੇ ਜੋੜਤਾ ਜੀ ਜਿਹੜਾ ਪੋਲੀਟੀਕਲ ਲਾਈਨ ਹੈ ਉਹਦੇ ਬਾਰੇ ਵੀ ਸ਼ੇਰ 'ਚ ਹੀ ਗੱਲ ਸੁਣਾਉਣਾ ਉਹ ਮੇਰਾ ਨਹੀਂ ਛੋਟੇ ਬ੍ਰਦਰ ਦਾ ਹੀ ਹੈ ਗੁਰਭਜਨ ਦਾ ਹੀ ਜਿਹਦੇ 'ਚੋਂ ਕਹਿੰਦਾ ਹੈ ਕਿ ਆਪਣਾ ਜ਼ਹਿਰ ਪਿਆਲਾ ਪੀਣਾ ਪੈਣਾ ਹਮ ਸਫਰੋ ਹਰ ਵੇਲੇ ਨਹੀਂ ਧਰਤੀ ਉੱਤੇ ਆਉਂਦਾ ਕੋਈ ਸੁਕਰਾਤ ਮੀਆਂ ਕੀ ਬਾਤ ਅਸੀਂ ਸੁਕਰਾਤ 'ਚ ਆਉਂਦੇ ਹਾਂ ਸਾਰੇ ਜੀ ਸਭ ਤੋਂ ਵੱਡੀ ਗੱਲ ਮਿਸਾਲ ਦੇ ਦੇਣਾ ਕਿ ਅਮਲੀਆਂ ਦੇ ਪਿੰਡ ਵਿੱਚ ਕੋਈ ਨਾਮਧਾਰੀਆ ਸਰਪੰਚ ਨਹੀਂ ਬਣ ਸਕਦਾ ਕੀ ਬਾਤ ਤੇ ਨਾਮਧਾਰੀਆਂ ਦੇ ਪਿੰਡ ਵਿੱਚ ਕੋਈ ਅਮਲੀ ਸਰਪੰਚ ਨਹੀਂ ਬਣ ਸਕਦਾ ਇਹ ਸਾਰ ਹੈ ਬਿਲਕੁਲ ਬਹੁਤ ਖੂਬ ਅੱਜ ਦੇ ਇਸ ਕਨਵਰਸੇਸ਼ਨ ਨੂੰ ਤੁਸੀਂ ਜ਼ਰੂਰ ਬਹੁਤ ਪਸੰਦ ਕੀਤਾ ਹੋਵੇਗਾ
ਕਿਉਂਕਿ ਪੋਲਿਟਿਕਸ ਦੇ ਵਿੱਚ ਸਾਡੇ ਹਰ ਪੱਖ ਤੋਂ ਅਸੀਂ ਇਫੈਕਟ ਹੁੰਦੇ ਹਾਂ, ਇਕਨੋਮਿਕਲੀ, ਸੋਸ਼ਲੀ, ਰਿਲੀਜੀਅਸ ਤੌਰ 'ਤੇ। ਜੋ ਵੀ ਸਾਡੀ ਪੋਲੀਟੀਕਲ ਰਾਜ ਸੱਤਾ ਹੈ ਉਹ ਸਭ ਤੋਂ ਜ਼ਿਆਦਾ ਪਾਵਰਫੁਲ ਹੈ, ਸਾਡੇ ਬਾਕੀ ਐਸਪੈਕਟਸ ਆਫ ਲਾਈਫ ਨੂੰ ਅਫੈਕਟ ਕਰਦੀ ਹੈ। ਸੋ ਆਉਂਦੇ ਸਮਾਂ ਹੋਰ ਵੀ ਇੰਟਰਸਟਿੰਗ ਹੋਏਗਾ ਪੰਜਾਬ ਦੇ ਵਿੱਚ, ਭਾਰਤ ਦੇ ਵਿੱਚ, ਇਲੈਕਸ਼ਨਸ ਦੇ ਵਿੱਚ। ਲੈਟਸ ਸੀ ਕੀ ਹੁੰਦਾ ਹੈ। ਪਰ ਜੁੜੇ ਰਹੋ ਸੰਗਤ ਟੈਲੀਵਿਜ਼ਨ ਨਾਲ। ਅਗਲੇ ਹਫਤੇ ਨਵੇਂ ਪ੍ਰੋਗਰਾਮ, ਨਵੇਂ ਚਿਹਰੇ ਨਾਲ ਫਿਰ ਹਾਜ਼ਰ ਹੋਵਾਂਗੇ। ਤੱਕ ਜੀ ਇਜਾਜ਼ਤ ਦਿਓ।